डंडौत बंदन अनिक बार, सर्व कला समरथ डोलन ते राखो प्रभु, नानक दे कर हथ सतनाम। धन वाहे गुरु साहिब जियो, निज कर देखियो जगत में, को काहू को नाहि। नानक थिर हर भगत है, तेह राखो मन माहि। निज कर देखियो जगत में, को काहू को नाहि। नानक थिर हर भगत है, तेह राखो मन माहि। जग रचना सब झूठ है, जान लेहो रे मीत। कह नानक थिर ना रहे, ज्यों बालू की पीत। जग रचना सब झूठ है, जान लेहो रे मीत। कह नानक थिर ना रहे, ज्यों बालू की पीत। वाहिगुरु जी का खालसा, वाहिगुरु जी की फतेह। परम सन्मान योग चवर छतर तख्त दे मालिक, जुगो जुग अटल, साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु तेग बहादुर जी महाराज सतगुरां दे उचारण कीते हुए अमृत सलोकां दी विचार आपां पिछले दिनां तो रोजाना रात्रि नूं करदे आ रहे हां। अज आप जी ने 48वें और 49वें श्लोक दी 48 और 49 जो श्लोक ने, इन्हां दो श्लोकां दा पाठ सरवण कीता है। आओ आरंभता तो पहला आप संगत अरदास करो, सतगुरु गुरु तेग बहादुर जी महाराज आप विच वरतो। सच्चे पातशाह हिरदे दी भय भावनी
ਇਕਾਗਰਤਾ ਦੀ ਦਾਤ ਬਖਸ਼ੋ। ਆਪ ਵਿੱਚ ਵਰਤ ਕੇ ਸਤਿਗੁਰੂ ਜੀ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ, ਆਪ ਜਿੱਥੇ ਵੀ ਦੇਸ਼ ਪ੍ਰਦੇਸ਼ ਵਿੱਚ ਸੁਣ ਰਹੇ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਇਹਨਾਂ 2 ਸ਼ਲੋਕਾਂ ਦੇ ਅੰਦਰ 3 ਬਚਨ ਸਾਨੂੰ ਦ੍ਰਿੜ ਕਰਾਏ ਨੇ। ਪਹਿਲਾ, ਹਜ਼ੂਰ ਬਚਨ ਕਰ ਰਹੇ ਨੇ, ਮੇਰਾ ਇੱਕ ਜ਼ਾਤੀ ਤਜਰਬਾ ਹੈ, ਜਾਂ ਮੈਂ ਆਪਣੇ ਜੀਵਨ ਵਿੱਚ ਜੋ ਕੁਝ ਦੇਖਿਆ ਹੈ, ਹਜ਼ੂਰ ਕਹਿੰਦੇ ਨੇ ਉਹਨੂੰ ਮੈਂ ਆਪਣੀ ਰਸਨਾ ਤੋਂ ਬਿਆਨ ਕਰ ਰਿਹਾ ਹਾਂ। ਹਜ਼ੂਰ ਨੇ ਪਹਿਲੇ ਇਸ ਸ਼ਲੋਕ ਵਿੱਚ 48ਵੇਂ ਸ਼ਲੋਕ ਦੇ ਆਰੰਭ ਵਿੱਚ ਬਖਸ਼ਿਸ਼ ਕੀਤੀ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਨਿਜ ਦਾ ਅਰਥ ਕਰਾਂਗੇ ਆਪਣਤ, ਜਾਂ ਇੱਕ ਸ਼ਬਦ ਦਾਸ ਨੇ ਵਰਤਿਆ ਹੈ ਜ਼ਾਤੀ। ਇਹਦਾ ਮਤਲਬ ਜਿਹੜਾ ਆਪਣਾ ਅਨੁਭਵ ਹੋਵੇ, ਜੋ ਆਪਣੀ ਜ਼ਿੰਦਗੀ ਵਿੱਚ ਨੇੜੇ ਹੋ ਕੇ ਦੇਖਿਆ ਹੋਵੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਨਿਜ ਘਰ ਦੇਖਿਓ ਜਗਤ ਮੈਂ ਬਹੁਤ ਨੇੜੇ ਹੋ ਕੇ ਆਪਣੇ ਜ਼ਾਤੀ ਤੌਰ ਤੇ ਇਸ ਜਗਤ ਨੂੰ, ਇਸ ਸੰਸਾਰ ਨੂੰ ਦੇਖਿਆ ਹੈ। ਕੀ ਦੇਖਿਆ ਹੈ ਜੀ? ਕਹਿੰਦੇ ਨੇ ਇਸ ਜਗਤ ਵਿੱਚ ਕੋ ਕਾਹੂ ਕੋ ਨਾਹੇ। ਇਹ ਸ਼ਬਦ ਕੋ ਕਾਹੂ ਕੋ ਨਾਹੇ ਕਿ ਮੈਂ ਨੇੜੇ ਹੋ ਕੇ ਸੰਸਾਰ ਨੂੰ ਦੇਖਿਆ ਹੈ। ਮੇਰਾ ਤਜਰਬਾ ਹੈ ਕਿ ਇੱਥੇ ਕੋਈ ਵੀ ਕਿਸੇ ਦਾ ਨਹੀਂ, ਕੋਈ ਵੀ ਕਿਸੇ ਦਾ ਸਾਥੀ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਇੱਕ ਹੈ ਜਿਹੜਾ ਸਦੀਵ ਕਾਲ ਲਈ ਸਥਿਰ ਹੈ। ਮਹਾਰਾਜ ਬਚਨ ਕਰ ਰਹੇ ਨੇ ਕਿ ਨਾਨਕ ਥਿਰ ਹਰ ਭਗਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ, ਥਿਰ ਦਾ ਅਰਥ ਜਿਸ ਨੇ ਸਦੀਵ ਰਹਿਣਾ ਹੈ। ਹਰ ਭਗਤ, ਭਗਤ ਦੇ ਤੱਤੇ ਨੂੰ ਸਿਹਾਰੀਏ ਦਾ ਮਤਲਬ ਭਗਤੀ। ਹਰ ਦਾ ਅਰਥ ਹਰੀ ਪਰਮਾਤਮਾ। ਹਜ਼ੂਰ ਕਹਿੰਦੇ ਨੇ ਮੈਂ ਜ਼ਾਤੀ ਤੌਰ ਤੇ ਦੇਖਿਆ ਇਸ ਜਗਤ ਵਿੱਚ ਕੋਈ ਵੀ ਕਿਸੇ ਦਾ ਨਹੀਂ। ਸਵਾਰਥ ਨਾਲ, ਸੁੱਖ ਨਾਲ, ਸਿਰਫ ਆਪਣੇ ਫਾਇਦੇ ਵਾਸਤੇ ਲੋਕ ਇੱਕ ਦੂਜੇ ਨਾਲ ਜ਼ਿਆਦਾ ਜੁੜੇ ਆ। ਤੇ ਮਹਾਰਾਜ ਕਹਿੰਦੇ ਇਹ ਮੇਰਾ ਆਪਣਾ ਤਜਰਬਾ ਹੈ। ਨਾਨਕ ਥਿਰ ਹਰ ਭਗਤ ਹੈ। ਸਿਰਫ ਹਰੀ ਪਰਮਾਤਮਾ ਦੀ ਭਗਤੀ ਜੋ ਉਹ ਸਥਿਰ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਜਿਹੜੀ ਸਥਿਰ ਹੈ, ਜਿਸ ਨੇ ਕਦੀ ਸਾਥ ਨਹੀਂ ਛੱਡਣਾ, ਤੇ ਰਾਖੋ ਮਨ ਮਾਹੇ। ਉਸ ਪਰਮਾਤਮਾ ਦੀ ਸਥਿਰ ਰਹਿਣ ਵਾਲੀ ਜਿਹੜੀ ਭਗਤੀ ਹੈ, ਉਸ ਨੂੰ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲਓ ਜਾਂ ਮਨ ਵਿੱਚ ਦ੍ਰਿੜ ਕਰ ਲਓ। ਇਹਦਾ ਮਤਲਬ ਪਹਿਲਾ ਜੋ ਸ਼ਲੋਕ ਅੱਜ ਵਿਚਾਰਦਾ ਹੈ, ਇਸ ਵਿੱਚ 2 ਬਚਨ ਨੇ। ਇੱਕ ਤਾਂ ਨਿਜ ਕਰਕੇ ਸੰਸਾਰ ਨੂੰ ਦੇਖਿਆ ਨੇੜੇ, ਕੋਈ ਕਿਸੇ ਦਾ ਨਹੀਂ, ਸਭ ਪਰਿਵਰਤਨਸ਼ੀਲ, ਨੇਤਰ ਬਦਲਣ ਵਾਲੇ। ਤੇ ਮਹਾਰਾਜ ਕਹਿੰਦੇ ਥਿਰ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਹੈ। ਤੇ ਉਸ ਭਗਤੀ ਨੂੰ ਆਪਣੇ ਮਨ ਦੇ ਵਿੱਚ ਰੱਖੋ।
ਇਸ ਦੀ ਅਸੀਂ ਵਿਚਾਰ ਅੱਗੇ ਕਰ ਰਹੇ ਹਾਂ। ਦੂਸਰਾ ਸ਼ਲੋਕ, ਜਗ ਰਚਨਾ ਸਭ ਝੂਠ ਹੈ। ਇਹਦੇ ਅਰਥ ਬੜੇ ਸਰਲ ਨੇ ਜੀ, ਕੋਈ ਜ਼ਿਆਦਾ ਵਿਖਮ ਨਹੀਂ। ਜਗ ਦਾ ਅਰਥ ਅਸੀਂ ਸੰਸਾਰ ਕਰੀਏ, ਰਚਨਾ ਦਾ ਅਰਥ ਹੈ ਬਣਾਵਟ, ਜੋ ਦ੍ਰਿਸ਼ਟਮਾਨ ਦਿਸ ਰਿਹਾ ਹੈ। ਸਭ ਝੂਠ ਹੈ, ਇਹ ਤੇ ਝੂਠ ਦਾ ਅਰਥ ਕਰਾਂਗੇ ਜਿਹੜਾ ਨਾਸ਼ਵੰਤ ਹੈ। ਇੱਕ ਅਸੀਂ ਜ਼ਬਾਨ ਤੋਂ ਸ਼ਬਦ ਵਰਤਨੇ ਆ ਵੀ ਇਹ ਝੂਠ ਬੋਲ ਰਿਹਾ ਹੈ, ਪਰ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਝੂਠ ਦਾ ਅਰਥ ਨਾਸ਼ਵੰਤ, ਜਿਸ ਨੇ ਰਹਿਣਾ ਨਹੀਂ। ਜਗ ਰਚਨਾ ਸਭ ਝੂਠ ਹੈ। ਤੇ ਮਹਾਰਾਜ ਕਹਿੰਦੇ ਜਾਨ ਲਿਖੋ ਰੇ ਮੀਤ, ਹੇ ਮੇਰੇ ਮਿੱਤਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈ ਕਿ ਇਹ ਰਚਨਾ, ਇਹ ਬਣਾਵਟ, ਇਹ ਜੋ ਕੁਝ ਦਿਸ ਰਿਹਾ ਹੈ ਇਹ ਨਾਸ਼ਵੰਤ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ। ਤੇ ਮਹਾਰਾਜ ਕਹਿੰਦੇ ਪਤਾ ਇਹ ਦਿਸ ਤਾਂ ਰਹੀ ਹੈ, ਮਨੁੱਖੀ ਮਨ ਚ ਆਏਗਾ ਵੀ ਦ੍ਰਿਸ਼ਟਮਾਨ ਸਾਨੂੰ ਨਜ਼ਰ ਤਾਂ ਆ ਰਿਹਾ। ਤੇ ਮਹਾਰਾਜ ਕਹਿੰਦੇ ਨੇ ਇਹ ਇਸ ਤਰ੍ਹਾਂ ਹੈ, ਕਹਿ ਨਾਨਕ ਥਿਰ ਨਾ ਰਹਿ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ ਥਿਰ ਨਾ ਰਹੇ, ਇਹਨੇ ਸਥਿਰ ਨਹੀਂ ਰਹਿਣਾ, ਇਹ ਝੂਠ ਹੈ, ਇਹ ਨਾਸ਼ਵੰਤ ਹੈ। ਤੇ ਮਹਾਰਾਜ ਕਿਉਂ ਨਹੀਂ ਥਿਰ ਰਹਿਣਾ, ਨਜ਼ਰ ਤਾਂ ਆ ਰਹੀ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਜਿਉਂ ਬਾਲੂ ਕੀ ਭੀਤ, ਬਾਲੂ ਦਾ ਅਰਥ ਆਪਾਂ ਕਰਾਂਗੇ ਰੇਤ, ਭੀਤ ਦਾ ਅਰਥ ਹੈ ਕੰਧ। ਜਿਵੇਂ ਰੇਤ ਦੀ ਕੋਈ ਦੀਵਾਰ, ਰੇਤ ਦੀ ਕੋਈ ਕੰਧ ਬਣਾ ਦਿੰਦਾ ਹੈ, ਉਹ ਦਿਸਦੀ ਹੈ, ਉਹਦਾ ਢਾਂਚਾ ਨਜ਼ਰ ਆ ਰਿਹਾ। ਰੇਤ ਗਿੱਲੀ ਪਾਣੀ ਵਾਲੀ ਹੋਵੇ, ਉਸ ਨਾਲ ਕੰਧ ਉਸਰ ਜਾਏਗੀ, ਪਰ ਜਦੋਂ ਥੋੜ੍ਹਾ ਜਿਹਾ ਸੂਰਜ ਦੀ ਕਿਰਨ ਜਾਂ ਕਿਤੇ ਤੇਜ਼ ਹਵਾ ਚੱਲੇਗੀ, ਉਹ ਦਿਸਦਾ ਹੋਇਆ ਕੰਧ ਦਾ ਜਿਹੜਾ ਢਾਂਚਾ ਹੈ ਉਹ ਇੱਕੋ ਦਮ ਬਿਖਰ ਕੇ ਕੰਧ ਜਿਹੜੀ ਹੈ ਉਹ ਰੇਤ ਜ਼ਮੀਨ ਦੇ ਉੱਤੇ ਵਿਛ ਜਾਏਗੀ। ਇਹਦਾ ਮਤਲਬ ਤਿੰਨ ਬਚਨ ਕਹੇ ਨਾ ਦੋ ਸ਼ਲੋਕਾਂ 'ਚ। ਇੱਕ ਤਾਂ ਕਿਹਾ ਵੀ ਇਸ ਦੁਨੀਆ ਵਿੱਚ ਨੇੜੇ ਹੋ ਕੇ ਦੇਖਿਆ ਕੋਈ ਕਿਸੇ ਦਾ ਨਹੀਂ। ਦੂਸਰਾ ਬਚਨ ਕਿਹਾ ਥਿਰ ਭਗਤੀ ਹੈ। ਤੀਸਰਾ ਬਚਨ ਮਹਾਰਾਜ ਜੀ ਨੇ ਕਿਹਾ ਇਹ ਜਗਤ ਨਾਸ਼ਵੰਤ ਇਸ ਤਰ੍ਹਾਂ ਹੈ ਜਿਵੇਂ ਰੇਤ ਦੀ ਬਾਲੂ ਦੀ ਕਿਸੇ ਨੇ ਭੀਤ ਬਣਾਈ ਹੋਵੇ, ਉਹ ਕੰਧ ਦੇ ਖਤਮ ਹੁੰਦਿਆਂ ਕੋਈ ਦੇਰੀ ਨਹੀਂ। ਮੇਰੇ ਕਹਿਣ ਤੋਂ ਮੁਰਾਦ ਸ਼ਲੋਕ 2 ਨੇ, ਬਚਨ ਸਤਿਗੁਰਾਂ ਨੇ ਇਹਦੇ ਵਿੱਚ 3 ਕੀਤੇ ਨੇ। ਸਭ ਤੋਂ ਪਹਿਲਾਂ ਅਸੀਂ ਇਹ ਤਿੰਨਾਂ ਨੂੰ 2 ਹਿੱਸਿਆਂ ਵਿੱਚ ਵਿਆਖਿਆ ਕਰ ਲਈਏ। ਇੱਕ ਤਾਂ ਕੋ ਕਾਹੂ ਕੋ ਨਾਹੇ, ਦੂਸਰਾ ਬਚਨ ਜਗ ਰਚਨਾ ਸਭ ਝੂਠ ਹੈ। ਇਹ 2 ਬਚਨ ਹੋ ਜਾਣਗੇ, ਇੱਕੋ ਹੀ ਸਿਧਾਂਤ ਇਹਨਾਂ ਦਾ। ਨਾਲ ਨਾਨਕ ਥਿਰ ਕਰ ਭਗਤ ਹੈ ਤੇ ਰਾਖੋ ਮਨ ਮਾਖੇ। ਇਹ ਜਗਤ ਝੂਠ ਹੈ, ਇਹ ਬਿਨਸਨਹਾਰ ਹੈ, ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ। ਤੇ ਜਿਹੜਾ ਸਥਿਰ ਰਹਿਣ ਵਾਲਾ ਹੈ ਉਹ ਕੇਵਲ ਹਰੀ ਦੀ ਭਗਤੀ ਹੈ, ਉਸ ਭਗਤੀ ਨੂੰ ਆਪਣੇ ਮਨ ਵਿੱਚ ਰੱਖੋ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਹ 2 ਬਚਨ ਦੇਖੋ, ਰੋਜ਼ ਤਕਰੀਬਨ ਆਉਣ ਵਾਲੇ ਦਿਨਾਂ ਵਿੱਚ ਵੀ ਤੇ ਪਿਛਲੇ ਦਿਨਾਂ ਵਿੱਚ ਇੱਕ ਸਬਜੈਕਟ ਹੀ ਤਕਰੀਬਨ ਚੱਲਦਾ ਪਿਆ ਹੈ। ਇਹਦੇ 'ਚ ਕੋਈ ਖੌਮੇ ਵਾਲੀ ਬਾਤ ਨਹੀਂ ਕਿ ਨਿਰੰਤਰ ਇੱਕ ਸਬਜੈਕਟ ਉੱਤੇ ਰੋਜ਼ ਵਿਚਾਰ ਕਰਨੀ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਮਿਹਰ ਕਰ ਰਹੇ ਨੇ। ਹਜ਼ੂਰ ਨੇ ਪਹਿਲਾਂ ਕਿਹਾ ਵੀ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਜੇ ਤੇ ਆਪਣਾ ਤੁਸੀਂ ਜੇ ਕਰਨਾ ਤੇ ਕਰ ਲਓ। ਮੇਰਾ ਜ਼ਿੰਦਗੀ ਦਾ ਜ਼ਿਆਤੀ ਇਹ ਤਜਰਬਾ ਹੈ ਕਿ ਮੈਂ ਨੇੜੇ ਹੋ ਕੇ ਜਗਤ ਵਿੱਚ ਦੇਖਿਆ ਕੋਈ ਕਿਸੇ ਦਾ ਨਹੀਂ, ਇਹ ਨਾਸ਼ਵਾਨਤਾ ਹੈ। ਇਹ ਜਿਹੜੇ ਸ਼ਬਦ ਸਤਿਗੁਰੂ ਵਰਤ ਰਹੇ ਨੇ ਵਾਰ-ਵਾਰ, ਇਹ ਅਸਲ 'ਚ ਇਹਨਾਂ ਦਾ ਮਕਸਦ ਇਹ ਨਹੀਂ ਕਿ ਇਸ ਵਿੱਚ ਇਹ ਨਫ਼ਰਤ ਫੈਲਾਣੀ ਵੀ ਕੋਈ ਕਿਸੇ ਦਾ ਨਹੀਂ, ਦੁਨੀਆ ਇੱਕ ਦੂਜੇ 'ਤੇ ਭਰੋਸਾ ਵੀ ਨਹੀਂ ਕਰੇਗੀ, ਸਮਾਜ ਦੇ ਕਿਰਤਕਾਰ ਵਿਹਾਰ ਵੀ ਨਹੀਂ ਚੱਲਣਗੇ। ਇਸ ਹਕੀਕਤ ਨੂੰ ਗੁਰੂ ਸਾਹਿਬ ਤਾਂ ਵਾਰ-ਵਾਰ ਸਾਨੂੰ ਦ੍ਰਿੜ ਕਰਾ ਰਿਹਾ ਕਿ ਇਸ ਮਨ ਦੇ ਅੰਦਰ ਕਿਤੇ ਰੰਚਕ ਮਾਤਰ ਇਸ ਤੋਂ ਉਪਰਾਮਤਾ, ਜਿਹਦੇ ਵਿੱਚ ਫਸਿਆ ਪਿਆ ਮਨ, ਜਿੱਥੇ ਦਿਨ ਰਾਤ ਇਹਨੂੰ ਸੱਤ ਸਮਝ ਕੇ ਪਕੜੀ ਬੈਠਾ, ਕਿਤੇ ਇਹਨਾਂ ਸ਼ਬਦਾਂ ਨੂੰ ਸੁਣ ਕੇ, ਇਸ ਹਕੀਕਤ ਨੂੰ ਸੁਣ ਕੇ ਇਨਸਾਨ ਦੇ ਅੰਦਰ ਕਿਤੇ ਬੈਰਾਗ, ਉਪਰਾਮਤਾ ਪੈਦਾ ਹੋ ਜਾਏ। ਤੇ ਜਦੋਂ ਇਨਸਾਨ ਅੰਦਰ ਬੈਰਾਗ ਆਵੇਗਾ, ਉਦੋਂ ਪਿਆਰਿਓ ਕੁਦਰਤੀ ਤੌਰ 'ਤੇ
ਅੰਦਰ ਫਿਰ ਇਹ ਭਾਲਣ ਤੁਰੇਗਾ ਵੀ ਜੇ ਇਹ ਸਭ ਕੁਝ ਸਵਾਰਥੀ ਹੈ ਤੇ ਫਿਰ ਸੱਤ ਕੀ ਹੈ, ਫਿਰ ਅਸਲੀਅਤ ਕੀ ਹੈ। ਤੇ ਫਿਰ ਗੁਰਦੇਵ ਉਸ ਉਪਰਾਮਤਾ ਵਿੱਚੋਂ, ਉਸ ਬੈਰਾਗ ਦੇ ਵਿੱਚੋਂ, ਇਸ ਸੰਸਾਰ ਦੇ ਧੋਖੇਬਾਜ਼ੀ ਦੀ ਖੇਡ ਵਿੱਚੋਂ ਮਹਾਰਾਜ ਫਿਰ ਇੱਥੋਂ ਨਵਾਂ ਰਾਹ ਦਿੰਦੇ ਆ। ਉਹ ਨਵਾਂ ਰਾਹ, ਨਵੀਂ ਰੋਸ਼ਨੀ ਇਹ ਦਿੰਦੇ ਆ ਕਿ ਇਹ ਮੈਂ ਸਾਰੇ ਦੇਖੇ ਨੇ, ਕੋਈ ਕਿਸੇ ਦਾ ਨਹੀਂ, ਇਹ ਰੇਤ ਦੀਆਂ ਕੰਧਾਂ ਨੇ। ਪਰ ਇੱਕ ਤਜਰਬਾ ਮੇਰਾ ਹੋਰ ਹੀ ਪਿਆਰਿਆ, ਮੈਂ ਉਹ ਵੀ ਦੇਖਿਆ। ਉਹ ਤਜਰਬਾ ਇਹ ਵੇ ਕਿ ਪਰਮਾਤਮਾ ਦੀ ਭਗਤੀ ਥਿਰਕ ਹੈ ਤੇ ਉਸ ਦੀ ਭਗਤੀ ਨੂੰ ਆਪਣੇ ਮਨ ਵਿੱਚ ਦ੍ਰਿੜ ਕਰ। ਮੈਂ ਫਿਰ ਬੇਨਤੀ ਕਰਾਂ, ਬੈਰਾਗ ਹੈ, ਉਪਰਾਮਤਾ ਇਸ ਕਰਕੇ ਵੀ ਸਾਡਾ ਅੰਦਰ ਦਾ ਝੁਕਾਅ ਪਰਮੇਸ਼ਵਰ ਪਰਮਾਤਮਾ ਵੱਲ ਹੋ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੇ ਬਚਨਾਂ ਵਿੱਚੋਂ ਇੱਕ ਦੋ ਬਚਨ ਆਪ ਨਾਲ ਇਹ ਸਾਂਝਾ ਕਰਾਂਗਾ ਵੀ ਜ਼ਿੰਦਗੀ ਦਾ ਤਜਰਬਾ ਹੈ। ਤੇ ਉਂਝ ਵੈਸੇ ਜਦੋਂ ਕਿਸੇ ਚੀਜ਼ ਦਾ ਅਨੁਭਵ ਹੋ ਜਾਏ, ਤਜਰਬਾ ਹੋ ਜਾਏ, ਜ਼ਾਤੀ ਤੌਰ ਤੇ ਬੰਦੇ ਨੂੰ ਉਹਦੀ ਸਮਝ ਪੈ ਜਾਏ, ਫਿਰ ਉਹ ਕੂਕ ਕੂਕ ਕੇ ਦੱਸਦਾ, ਭਲੇ ਲੋਕੋ ਮੇਰੇ ਤਜਰਬੇ ਤੋਂ ਕੁਝ ਸਿੱਖੋ, ਜੋ ਮੈਂ ਦੇਖਿਆ ਮੇਰੀ ਗੱਲ ਸੱਚ ਮੰਨੋ। ਕਿਉਂਕਿ ਸੰਸਾਰ ਦਾ ਕੋਈ ਵੀ ਕੰਮ ਹੈ ਜਿਹਦਾ ਬੰਦੇ ਦਾ ਆਪਣਾ ਨਿੱਜੀ ਅਨੁਭਵ ਹੋ ਜਾਏਗਾ, ਆਪਣਾ ਤਜਰਬਾ ਹੋ ਜਾਏਗਾ, ਉਹ ਦੱਸ ਦੇਗਾ ਪਰ ਭਾਈ ਮੈਂ ਇਹ ਕੁਝ ਇਹਦੇ 'ਚ ਦੇਖਿਆ। ਤੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਕਿ ਇਹ ਮੇਰਾ ਜ਼ਾਤੀ ਤਜਰਬਾ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਕਿਸੇ ਦਾ ਨਹੀਂ। ਇਹ ਸਵਾਰਥ ਨੂੰ ਲੈ ਕੇ, ਇਹ ਲਾਲਚ ਨੂੰ ਲੈ ਕੇ, ਇਹ ਤਮੇ ਨੂੰ ਲੈ ਕੇ, ਇਹ ਸਿਰਫ ਸੰਸਾਰ ਦੇ ਦਿਸਦੇ ਕੋਈ ਪਦਾਰਥਕ ਸੁੱਖ ਨੂੰ ਲੈ ਕੇ ਲੋਕ ਨੇੜੇ ਲੱਗਦੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੱਕ ਇਹ ਬਚਨ ਖਾਸ ਕਰਕੇ ਸੋਰਠ ਰਾਗ ਵਿੱਚ, ਇਸ ਵਿੱਚ ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ। ਮਹਾਰਾਜ ਜੀ ਨੇ ਫਰਮਾਇਆ, ਮੈਂ ਸਿਰਫ ਪਹਿਲਾਂ ਵਿਆਖਿਆ ਕਰ ਰਿਹਾ, ਜਗਤ ਰਚਨਾ ਝੂਠ ਕੋ ਕਾਹੂ ਕੋ ਨਾਹੀ। ਦੂਸਰੀ ਬਾਤ ਅਸੀਂ ਕਰਾਂਗੇ ਵੀ ਥਿਰ ਹਰ ਭਗਤ ਹੈ, ਭਗਤੀ ਸਦੀਵ ਕਰ ਰਹਿਣ ਵਾਲੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਰਚਨਾ ਵਿੱਚ ਇੱਕ ਬਚਨ ਕੀਤਾ ਹੈ, ਉਹ ਪਿਛਲੇ ਦਿਨ ਅਰਜ਼ ਕੀਤੀ ਸੀ, ਪ੍ਰੀਤਮ ਜਾਨ ਲੇਖੋ ਮਨ ਮਾਹੀ। ਪ੍ਰੀਤਮ ਦਾ ਅਰਥ ਹੈ ਮੇਰੇ ਪਿਆਰੇ, ਇਸ ਬਾਤ ਨੂੰ ਚੰਗੀ ਤਰ੍ਹਾਂ ਤੂੰ ਜਾਣ ਲੈ, ਸਮਝ ਲੈ। ਪ੍ਰੀਤਮ ਜਾਨ ਲੇਖੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਜਿਵੇਂ ਅੱਜ ਇੱਥੇ ਕਹਿਣਾ ਕੋ ਕਾਹੂ ਕੋ ਨਾਹੀ, ਉੱਥੇ ਮਹਾਰਾਜ ਕਹਿੰਦੇ ਨੇ ਕਿ ਮੇਰੇ ਪਿਆਰੇ, ਮੇਰੇ ਮਿੱਤਰ, ਮੇਰੇ ਸੱਜਣ, ਮੇਰੇ ਸਿੱਖਾ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਕਿ ਇਹ ਸਾਰਾ ਸੰਸਾਰ ਸੁੱਖ ਕਰਕੇ ਨੇੜੇ ਢੁਕਦਾ ਪਿਆ ਹੈ, ਇੱਥੇ ਕੋਈ ਵੀ ਕਿਸੇ ਦਾ ਨਹੀਂ। ਪ੍ਰੀਤਮ ਜਾਨ ਲੇਗੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਲਾਗਿਓ ਕੋ ਕਾਹੂ ਕੋ ਨਾਹੀ। ਮਹਾਰਾਜ ਜੀ ਨੇ ਇੱਕ ਬਚਨ ਕਹਿ ਦੇ ਵਿੱਚ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ। ਜਦੋਂ ਇਨਸਾਨ ਦੇ ਕੋਲ ਸੁੱਖ ਹੁੰਦਾ ਹੈ ਤੇ ਉਦੋਂ ਕੁਦਰਤੀ ਤੌਰ ਤੇ ਲੋਕ ਬਹੁਤ ਸਾਰੇ ਇਕੱਠੇ ਹੁੰਦੇ ਆ। ਉਂਝ ਤਾਂ ਵੈਸੇ ਸਮਾਜ ਦੀ ਇੱਕ ਰੀਤ ਹੈ ਕਿ ਜਦੋਂ ਇਨਸਾਨ ਦੁੱਖ ਵਿੱਚ ਹੁੰਦਾ ਹੈ, ਸਮਾਜਿਕ ਤੌਰ ਤੇ ਮਨੁੱਖ ਸਮਾਜਿਕ ਪ੍ਰਾਣੀ ਹੈ, ਇੱਕ ਦੂਜੇ ਦਾ ਦੁੱਖ ਮਿਟਾਉਣ ਵਾਸਤੇ ਲੋਕ ਇਕੱਠੇ ਹੋ ਜਾਂਦੇ ਆ। ਪਰ ਅਕਸਰ ਅਸੀਂ ਦੇਖਿਆ ਕਿ ਸੁੱਖ ਵਿੱਚ ਬਹੁ ਗਿਣਤੀ ਵਿੱਚ ਲੋਕ ਹੁੰਦੇ ਆ ਤੇ ਸੁੱਖ ਵਿੱਚ ਆਏ ਹੋਏ ਲੰਬੇਰਾ ਸਮਾਂ ਟਿਕਦੇ ਆ। ਇਸ ਬੇਨਤੀ ਨੂੰ ਫਿਰ ਸੁਣਿਓ ਆਪ ਜੀ। ਮਹਾਰਾਜ ਨੇ ਕਿਹਾ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਸਭ, ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਜਦੋਂ ਆਪ ਦੇ ਇਸ ਘਰ ਵਿੱਚ ਸੁੱਖ ਦਾ ਕੋਈ ਫੰਕਸ਼ਨ ਹੋਵੇ, ਕਦੀ ਦੇਖੋ ਖੁਸ਼ੀ ਦਾ ਕੋਈ ਵੀ ਘਰ ਸਮਾਗਮ ਹੋਵੇ, ਲੋਕ ਕਿੰਨਾ ਚਿਰ ਰੁਕ ਜਾਂਦੇ ਆ। ਅਸੀਂ ਦੇਖਦੇ ਹਾਂ 2-2 3-3 ਦਿਨ, ਕਈ ਦਿਨ ਸੁੱਖ ਵਿੱਚ ਸ਼ਮੂਲੀਅਤ ਕਰਦੇ ਆ। ਪਰ ਜਦੋਂ ਬੰਦੇ ਤੇ ਦੁੱਖ ਹੁੰਦਾ ਹੈ, ਇਹ ਅਸਲੀਅਤ ਹੈ, ਮੌਤ ਹੁੰਦੀ ਹੈ ਜਾਂ ਇਹ ਕੋਈ ਦੁੱਖ ਹੁੰਦਾ ਹੈ, ਤੇ ਉਸ ਵਕਤ ਇਹ ਸਮਾਜ ਆਉਂਦਾ ਜ਼ਰੂਰ ਹੈ। ਕਾਫੀ ਬੰਦੇ ਤਾਂ ਸਿਰਫ ਇੱਥੋਂ ਘਰੋਂ ਆਉਂਦੇ ਆ, ਚਲੋ ਪ੍ਰਾਣੀ ਦੀ ਮੌਤ ਹੋ ਗਈ ਹੈ, ਅਸੀਂ ਸਿੱਧੇ ਸ਼ਮਸ਼ਾਨ ਘਾਟ ਪਹੁੰਚਾਂਗੇ। ਕੋਈ ਬੰਦੇ ਕਹਿ ਦਿੰਦੇ ਆ ਨਹੀਂ ਆਪਾਂ ਇਹਦੇ ਚੌਥੇ ਤੇ ਪਹੁੰਚ ਜਾਵਾਂਗੇ। ਮੇਰੇ ਕਹਿਣ ਤੋਂ ਮੁਰਾਦ ਦੁੱਖ ਵਿੱਚ ਬੰਦਾ ਆਪਣੀ ਕੰਨੀ ਕਤਰਾਉਂਦਾ ਹੈ, ਆਪਣਾ ਆਪ ਬਚਾਉਣਾ ਚਾਹੁੰਦਾ ਹੈ, ਬਹੁ ਗਿਣਤੀ 'ਚ ਸਾਰੇ ਨਹੀਂ। ਸੁੱਖ ਵਿੱਚ ਸਮਾਂ ਕੱਢ ਕੇ ਆ ਜਾਂਦਾ ਹੈ ਪਿਆਰਿਓ, ਦੁੱਖ ਵਿੱਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਆ ਕਿ ਇਹ ਗੱਲ ਯਾਦ ਰੱਖ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਬਹੁਤ ਸਾਰੇ ਇਕੱਠੇ ਹੋ ਜਾਂਦੇ ਨੇ, ਪਰ ਦੁੱਖ ਵਿੱਚ ਕੋਈ ਵੀ ਨੇੜੇ ਨਹੀਂ ਢੁਕਦਾ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਇਹਦੇ ਵਿੱਚ ਕੋਈ ਵੀ ਨੇੜੇ ਦੁੱਖ ਵਿੱਚ ਆ ਹੀ ਨਹੀਂ ਰਿਹਾ। ਪ੍ਰੀਤਮ ਜਾਨ ਲਿਓ ਮਨ ਮਾਹੀ,
अपने सुख सो ही जग फांद्यो, को काहूँ को नाही। सुख में आन बहुत मिल बैठत, रहत चौं दिश घेरै। चार चुफेरे घेर दिया, विपत परी सब ही संग छाड़त, कोऊ ना आवत नेरै। ਜਦੋਂ ਕੋਈ ਮੁਸੀਬਤ ਪੈ ਗਈ, ਕੋਈ ਪੀੜਾ ਪੈ ਗਈ, ਵੇਖੋ ਮੁਸੀਬਤ ਕਿਸੇ ਰੂਪ ਵਿੱਚ ਵੀ ਆ ਸਕਦੀ ਹੈ। ਮੁਸੀਬਤ ਦਾ ਕੋਈ ਇੱਕ ਰੂਪ ਥੋੜਾ ਹੁੰਦਾ ਹੈ। ਬਿਮਾਰੀ ਦੇ ਰੂਪ ਵਿੱਚ ਮੁਸੀਬਤ ਆ ਸਕਦੀ ਹੈ। ਧਨ ਦਾ ਚਲੇ ਜਾਣਾ, ਬਿਜ਼ਨਸ ਦਾ ਫੇਲ ਹੋ ਜਾਣਾ, ਇਹਦੇ ਰੂਪ ਵਿੱਚ ਮੁਸੀਬਤ ਆ ਸਕਦੀ ਹੈ। ਸੰਸਾਰ ਦੇ ਅੰਦਰ ਪੁੱਤਰ ਧੀਆਂ, ਭੈਣ ਭਰਾ, ਇਹ ਜਿਹੜੇ ਰਿਸ਼ਤੇ ਨੇ, ਇਹਨਾਂ ਦੇ ਵਿੱਚ ਕੋਈ ਨਾ ਕੋਈ ਅਣਬਣ ਕਰਕੇ ਵੀ ਮੁਸੀਬਤ ਆ ਸਕਦੀ ਹੈ। ਇਨਸਾਨ ਕਿਸੇ ਜਗ੍ਹਾ 'ਤੇ ਜਾਂਦਾ ਹੈ, ਕਿਸੇ ਕੁਦਰਤੀ ਆਫਤ ਵਿੱਚ ਫਸ ਜਾਂਦਾ ਹੈ, ਉਹ ਵੀ ਤਾਂ ਇੱਕ ਵਿਪਤ ਮੁਸੀਬਤ ਹੈ ਨਾ। ਮਹਾਰਾਜ ਕਹਿੰਦੇ ਨੇ ਮੁਸੀਬਤ ਕੋਈ ਇੱਕ ਤਰ੍ਹਾਂ ਦੀ ਨਹੀਂ, ਇਹ ਕਈ ਰੂਪਾਂ ਵਿੱਚ, ਕਈ ਸ਼ਕਲਾਂ ਵਿੱਚ ਆਉਂਦੀ, ਪਰ ਅੰਦਰ ਨੂੰ ਓਨਾ ਹੀ ਦੁਖੀ ਕਰਦੀ ਹੈ। ਦੁੱਖ ਅੰਦਰ ਦਾ ਇੱਕ ਹੀ ਹੈ, ਮੁਸੀਬਤ ਵੱਖ-ਵੱਖ ਰੂਪਾਂ ਵਿੱਚ ਆ ਜਾਂਦੀ ਹੈ। ਮਹਾਰਾਜ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ਼ ਘੇਰੈ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਮੁਸੀਬਤ ਵਿੱਚ ਕੋਈ ਨੇੜੇ ਨਹੀਂ ਆਉਂਦਾ ਪਿਆ। ਮਹਾਰਾਜ ਅੱਗੇ ਬਚਨ ਕਰਦੇ ਆ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਉਹ ਵੀ ਸੋਰਠ ਰਾਗ ਵਿੱਚ ਹੈ। ਦੇਖੋ, ਮਰਨ ਤੋਂ ਬਾਅਦ ਤਾਂ ਚਲੋ ਹੈ ਹੀ ਇਹ ਪ੍ਰਮਾਤਮਾ ਦਾ ਇਹ ਸੱਚ, ਜਿਉਂਦੇ ਜੀ ਵੀ ਇਹ ਸੱਚ ਹੈ ਜ਼ਿੰਦਗੀ ਦੇ ਅੰਦਰ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਬਚਨ ਹੈ ਉਹਨਾਂ ਦਾ, ਕਹਿੰਦੇ ਨੇ ਇਨਸਾਨ ਠੱਗੀ ਮਾਰ ਕੇ, ਪਾਪ ਕਰਕੇ, ਕਈ ਤਰ੍ਹਾਂ ਦੇ ਧੋਖੇ ਲੋਕਾਂ ਨੂੰ ਦੇ ਕੇ ਪਰਾਈ ਦੌਲਤ ਇਕੱਠੀ ਕਰਕੇ ਲਿਆਉਂਦਾ ਹੈ, ਅਤੇ ਜਿੰਨੀ ਦੇਰ ਤੱਕ ਉਹ ਲਿਆ ਰਿਹਾ ਉਨੀ ਦੇਰ ਤੱਕ ਇਸਤਰੀ ਵੀ ਖੁਸ਼, ਬੱਚੇ ਵੀ ਖੁਸ਼, ਪਰਿਵਾਰ ਵੀ ਖੁਸ਼। ਅਤੇ ਮਹਾਰਾਜ ਕਹਿੰਦੇ ਆ ਇਹ ਗੱਲ ਯਾਦ ਰੱਖੀ, ਤੇਰੇ ਇਸ ਪਾਪ ਦੀ ਕਮਾਈ ਵਿੱਚ, ਤੇਰੇ ਇਸ ਲੋਕਾਂ ਦੇ ਨਿਚੋੜੇ ਹੋਏ ਖੂਨ ਦੇ ਵਿੱਚ ਪੁੱਤਰ ਧੀ ਇਸਤਰੀ ਸ਼ਮੂਲੀਅਤ ਕਰਨਗੇ, ਪਰ ਜਿਸ ਵਕਤ ਇਸ ਪਾਪ ਦਾ ਲੇਖਾ ਦੇਣਾ ਪੈਣਾ, ਉੱਥੇ ਨਾ ਇਸਤਰੀ ਨੇ ਖਲੋਣਾ, ਨਾ ਪੁੱਤਰ ਨੇ, ਨਾ ਧੀ ਨੇ। ਅਤੇ ਮਹਾਰਾਜ ਕਹਿੰਦੇ ਨੇ ਇਹ ਤਾਂ ਚਲੋ ਮਰਨ ਤੋਂ ਬਾਅਦ ਦੀ ਗੱਲ ਕਹੀਏ ਵੀ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਤੇਰੀ ਜਿੰਦ ਦਾ, ਪਰ ਨਾਲ ਹੀ ਗੱਲ ਯਾਦ ਰੱਖੀ, ਜਿਨ੍ਹਾਂ ਨੂੰ ਤੂੰ ਇੰਨਾ ਕੁਝ ਦੇ ਰਿਹਾ ਹੈ ਇਹ ਕੋਈ ਕਿਸੇ ਦਾ ਨਹੀਂ। ਇਹ ਗੱਲ ਯਾਦ ਰੱਖ, ਜਿਸ ਦਿਨ ਬੁਢੇਪਾ ਆ ਗਿਆ, ਸਰੀਰ ਨਿਢਾਲ ਹੋ ਗਿਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁ ਗਿਣਤੀ 'ਚ ਬੰਦਾ ਪਾਣੀ ਦਾ ਘੁੱਟ ਮੰਗਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ ਜਿਹੜੇ ਸੁੱਖ ਵੇਲੇ ਇੰਨੇ ਨੇੜੇ ਢੁੱਕਦੇ ਸਨ, ਅੱਜ ਬੁਢੇਪੇ ਦਾ ਦੁੱਖ ਆਇਆ, ਤੇਰੀ ਬੁੱਕ ਵਿੱਚ, ਤੇਰੀ ਓਕ ਵਿੱਚ ਕੋਈ ਚੁਲੀ ਪਾਣੀ ਦੀ ਵੀ ਪਾਉਣ ਵਾਸਤੇ ਤਿਆਰ ਨਹੀਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ਼ ਘੇਰੈ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਕਬੀਰ ਸਾਹਿਬ ਨੇ ਕਿਹਾ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਇਸ ਬੇਨਤੀ ਨੂੰ ਫਿਰ ਸੁਣਿਓ, ਹਰ ਇੱਕ ਦੀ ਜਿੰਦ ਨੇ, ਕੋਈ ਵੀ ਇਨਸਾਨ ਹੈ, ਇਹ ਜੋ ਕੁਝ ਕਰ ਰਹੇ ਅਸੀਂ ਇਹਦਾ ਲੇਖਾ ਹੈ। ਇਹ ਗੱਲ ਵੱਖਰੀ ਕਿ ਮੈਨੂੰ ਅੱਜ ਸਮਝ ਨਹੀਂ, ਮੈਂ ਦ੍ਰਿਸ਼ਟਮਾਨ 'ਚ ਕਹਾਂਗਾ ਨਹੀਂ, ਸਭ ਕੁਝ ਇੱਥੇ ਹੀ ਹੈ, ਕੋਈ ਸ਼ੱਕ ਨਹੀਂ, ਇੱਥੇ ਸਭ ਕੁਝ ਹੈ। ਪਰ ਗੁਰੂ ਜੀ ਕਹਿੰਦੇ ਆ ਆਖਰ ਜਦੋਂ ਇਹ ਕਾਇਆ ਨੂੰ, ਇਸ ਆਤਮ ਨੇ ਛੱਡ ਕੇ ਜਾਣਾ ਹੈ, ਕੋਈ ਐਸੀ ਵੀ ਆਤਮਾ ਵਾਸਤੇ, ਜੀਓ ਵਾਸਤੇ ਉਹ ਹੈ ਕਿ ਥਾਂ ਕਹੋ ਜਾਂ ਸ਼ਬਦ ਵਰਤਾਂ, ਕੋਈ ਉਹ ਵੀ ਵਰਤਾਰਾ ਹੈ ਜਿੱਥੇ ਤੇਰੀ ਜਿੰਦ ਨੂੰ ਪੁੱਛਿਆ ਜਾਣਾ ਵੀ ਕਿਹੜੇ ਤੂੰ ਕਰਮ ਕਰਕੇ ਆਇਆ ਹੈ। ਮਹਾਰਾਜ ਨੇ ਬਾਣੀ 'ਚ ਕਿਹਾ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਿਉਂ ਕਰਨਾ ਕਿਸੇ ਨਾਲ ਕਪਟ, ਕਿਉਂ ਧੋਖਾ ਕਰਨਾ ਪਿਆ ਮਨਾ। ਅਤੇ ਪਿਆਰਿਓ, ਧੋਖਾ ਕਰਨ ਨਾਲ ਮੈਂ ਵੈਸੇ ਕਈ ਵਾਰ ਸੋਚਣਾ, ਕਿਸੇ ਇਮਾਨਦਾਰ ਸ਼ਰੀਫ ਬੰਦੇ ਨਾਲ ਧੋਖਾ ਕਰ ਰਹੇ ਹਾਂ, ਕਪਟ ਕਰ ਰਹੇ ਹਾਂ, ਛਲ ਕਰ ਰਹੇ ਹਾਂ, ਅਸਲ 'ਚ ਉਹਦੇ ਨਾਲ ਨਹੀਂ ਕਰ ਲਏ, ਅਸੀਂ ਆਪਣੀ ਆਤਮਾ ਨਾਲ ਕਰਨੇ, ਆਪਣੇ ਅੰਦਰ ਨਾਲ ਕਰਨੇ ਪਏ। ਕਬੀਰ ਸਾਹਿਬ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛੀਜੈ, ਖਿਨ ਖਿਨ ਕਰਕੇ ਤੇਰੀ ਦੇਹੀ ਜਿਹੜੀ ਛਿਜ ਰਹੀ ਹੈ, ਛਿਨ ਛਿਨ ਤਨ ਛੀਜੈ। ਜਰਾ ਜਨਾਵੈ ਤਬ ਤੇਰੀ ਓਕ, ਕੋਈ ਪਾਣੀਓ ਨਾ ਪਾਵੈ। ਕਹਿਤ ਕਬੀਰ ਕੋਈ ਨਹੀਂ ਤੇਰਾ,
महाराज कहते इत्थे कोई भी तेरा नहीं, कोई भी तेरा ऐसा नहीं जिहड़ा साध है। इसे नूं गुरु तेग बहादुर कहते ने मेरा तजर्बा है जिंदगी का भी इत्थे कोई किसे दा नहीं, ये सिर्फ स्वार्थ दे ते सतगुरु का यह बचन कि सुख में आन बहुत मिल बैठत रहत चौं दिश घेरै, विपत परी सब ही संग छाड़त को ना आवत नेरै, घर की नार बहुत हित जांस्यों सदा रहत संग लागी। महाराज कहते ने जब ही हंस तजी ए काया प्रेत प्रेत कर भागी, ए बिद को व्यवहार बन्यो है जांस्यो निको लगायो, अंत बार नानक बिन हर जी को काम नायो, सिर्फ खरी तो बिना। सतगुरु गुरु नानक साहब महाराज हजूर दे कुछ बचन ऐसे ने 19 रागां च गुरु नानक साहब की अमृत बाणी है। कुछ बचन ऐसे ने जिहड़े बाल वरेस नाल बचपन नाल भी संबंधित ने। ते ये भी दास ने एक बार बेनती की सी कि गुरु नानक साहब ने इस संसार विच किसे देहधारी तो दीक्षित हो के चेला बन के सिक्ख्या नहीं लई। इस बेनती नूं कि कई बारी सुनन विच पढ़न भी साडे आउंदा है ना जी कि उन्हां दा आ गुरु सी आ गुरु सी। नहीं प्यारिओ, गुरु नानक साहब ने इस संसार विच किसे देहधारी इंसान तो किसे मानव तो दीक्षित नहीं होए, क्योंकि जदों वो आउंदे आ एक तां सानूं अमृत बाणी विचों मिलदा है ते दूसरा भाई साहब ने भी एक शब्द वरतिया, उहदे विच ओह कहंदे ने सतगुरु नानक प्रगटिया है। उन्हां दे आगमन वेले शब्द सतगुरु वरतिया। जां असीं पाठ करने आ कल ताਰਨ गुरु नानक आया, उन्हां दे बचपन दीयां कुछ घटनावां ने। मैं एक बेनती उहदे चों करनी है, जिवें हजूर दा पट्टी लिखण दा, पांदे नूं उपदेश, बृजनाथ नूं उपदेश जां वैद नूं उपदेश, खेती खरी करन वाला प्रसंग। क्योंकि असीं श्री ननकाणा साहिब आपां जा के आए हैं तो वह गुरुद्वारा क्यारा साहिब जिहड़ा है वो इस गल वो कायम है अजे तक। ननकाणा साहिब तो दूरी ते गुरुद्वारा है, उस विच क्यारा साहिब जिन्हों आपां कहने महाराज जी दे उत्थे जिहड़े कौतक ने उन्हां नूं असीं अखां नाल वो स्थान देखिया है। तो मैनूं उस ते गल याद आई कि जदों खेत विच मੱਝਾਂ वड़ियां, मही पई, मੱਝਾਂ ने वो खेत उजाड़िया तो उस जिमीदार ने रौला बहुत पाया। तो महाराज जी ने जिहड़े शब्द कहे वो सुनने वाले सन। हजूर ने कहा भाई वे तेरा किछ नहीं उजड़िया। ये गुरु नानक साहब दे बोल सन। भाई वे तेरा किछ नहीं उजड़िया, की होया किसे मई ने मूँह मार दिता, खुदा इसे विच बरकत कत सी। उत्थे महाराज जी ने कुछ उपदेश इन्हां नूं बचपन विच दे दिते। एक शब्द गुरु ग्रंथ साहिब दे विच तिलंग राग दे विच है। मैं इस नाल संबंधित ते तां बेनती कर लगा कि निज कर देखियो जगत में को काहू को ना है। कुछ विद्वानां दा मत है कि ये मौलवी नूं संबोधन करके हजूर ने उचारण किया, पर जो दे विच उपदेश है वो उपदेश केवल एक मनुख ਲਈ नहीं। गुरु ग्रंथ साहिब दी जितनी बाणी है प्यारिओ, ये बाणी सर्वदेशी और सर्वकाली है। सर्वदेशी का अर्थ किसी भी मुल्क विच जाओगे ये उपदेश उत्थे सार्थक होवेगा। ये नहीं कि हिंदुस्तान विच ये उपदेश ठीक चल सकता है जी, ये अमेरिका विच गए उत्थे नहीं चल सकता, उत्थे मुल्क होर है। जिहड़ा रूहानीयत का उपदेश हुंदा है वो एक देशी नहीं ते एक काली नहीं। एक काली का मतलब एक समय का बाउंड नहीं कि ये गल बड़ी पुरानियां सन जी हुण वर्तमान विच नहीं। नहीं प्यारिओ, रूहानीयत का उपदेश सर्वदेशी ते सर्वकाली है। हर खित्ते विच लागू हुंदा है ते हर समय लागू हुंदा है, वो निरार्थक नहीं हुंदा। जिवें असीं बाणी च बड़े पुरातन घटनावां पढ़ने। अज भी मैं एक उदाहरण देनी। देखो प्रहलाद ध्रुव नूं होया किन्ना चिर हो चुका है। आपां ये कहांगा ये तां पुराने समय की गल है, पर वो पुराने समय की जिहड़ी घटना है वो वर्तमान विच भी सार्थक है। जिवें सतगुरु ने कहा राम जपो जी ऐसे ऐसे, ध्रुव प्रहलाद जपियो हर जैसे। ध्रुव प्रहलाद पुरातनता है, भावें वो पुराण विचों आए भगत ने, वो पुरातनता है।
ਤੇ ਰਾਮ ਜਪੋ ਜੀ ਐਸੇ ਐਸੇ, ਇਹ ਵਰਤਮਾਨਤਾ ਹੈ। ਕਬੀਰ ਸਾਹਿਬ ਨੇ ਜਦੋਂ ਉਚਾਰਨ ਕੀਤਾ ਉਦੋਂ ਵੀ ਵਰਤਮਾਨ, ਸਦੀਆਂ ਲੰਘ ਗਈਆਂ, ਅੱਜ ਵੀ ਇਹ ਸ਼ਬਦ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਚਲੇ ਜਾਓ, ਇਹ ਸਰਬਦੇਸ਼ੀ ਤੇ ਸਰਬਕਾਲੀ ਹੈ। ਇਹ ਉਹਦੇ ਤੇ ਢੁਕੇਗਾ, ਕਿਉਂਕਿ ਇਹ ਰੂਹਾਨੀਅਤ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ। ਇਸ ਰੂਹਾਨੀਅਤ ਵਿੱਚੋਂ ਸਮਾਜਿਕ ਤੌਰ ਤੇ ਵੀ ਜੀਣ ਦੀ ਗੁਰਦੇਵ ਨੇ ਸਾਨੂੰ ਸੋਝੀ ਸਮੱਤ ਬਖਸ਼ੀ। ਉਹ ਸ਼ਬਦ ਜਿਹੜਾ ਤਿਲੰਗ ਰਾਗ ਦਾ ਹੈ, ਉਸ ਵਿੱਚ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਫਾਰਸੀ ਦਾ ਇਹ ਸ਼ਬਦ ਹੈ। ਫਾਰਸੀ ਦੇ ਲਫ਼ਜ਼ ਨੇ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਮੈਂ ਤਾਂ ਬੇਨਤੀ ਕਰ ਰਿਹਾ ਵੀ ਨਿਜ ਕਰ ਦੇਖਿਓ ਜਗਤ ਮੈਂ। ਗੁਰੂ ਜੀ ਕਹਿੰਦੇ ਸਾਡਾ ਤਜਰਬਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਸ਼ਬਦ ਮੈਂ ਅਰਜ਼ ਕੀਤੀ, ਫਾਰਸੀ ਦੇ ਕੁਝ ਲਫ਼ਜ਼ ਨੇ, ਪਰ ਜੇ ਅਸੀਂ ਕਹੀਏ ਵੀ ਸਾਰਾ ਫਾਰਸੀ ਵਿੱਚ ਹੈ, ਜਿਹੜਾ ਸ਼ਬਦਾਰਥ ਟੀਕਾ ਹੈ ਸ਼੍ਰੋਮਣੀ ਕਮੇਟੀ ਨੇ ਜਿਹੜਾ ਛਾਪਿਆ 4 ਭਾਗਾਂ ਵਿੱਚ, ਜਦੋਂ ਇਹ ਰਾਗ ਸ਼ੁਰੂ ਹੁੰਦਾ ਹੈ ਤੇ ਉਸ ਸ਼ਬਦ ਅਰਥ ਦੇ ਟੀਕਾਕਾਰ ਜਿਹੜੇ ਨੇ ਉਹ ਇਹਦੇ ਸ਼ਬਦ ਦੇ ਆਰੰਭ ਵਿੱਚ ਕਹਿੰਦੇ ਨੇ ਕਿ ਇਹ ਸ਼ਬਦ ਕਿਸੇ ਮੁਸਲਮਾਨ ਨੂੰ ਮੁਖਾਤਬ ਕਰਕੇ ਗੁਰਦੇਵ ਨੇ ਉਹਦੇ ਪ੍ਰਤੀ ਉਚਾਰਨ ਕੀਤਾ ਹੈ। ਇਸ ਸ਼ਬਦ ਵਿੱਚ ਫਾਰਸੀ ਦੇ ਲਫ਼ਜ਼ ਨੇ, ਫਾਰਸੀ ਦੀ ਸ਼ਬਦਾਵਲੀ ਹੈ, ਪਰ ਮੁਕੰਮਲ ਸ਼ਬਦ ਫਾਰਸੀ 'ਚ ਨਹੀਂ, ਭਾਵੇਂ ਮੈਂ ਵੀ ਇਹ ਸ਼ਬਦ ਵਰਤਾ ਰਿਹਾ ਫਾਰਸੀ 'ਚ। ਉਹ ਕਹਿੰਦੇ ਦਰਅਸਲ ਇਹ ਸ਼ਬਦ ਰੇਖਤਾ ਵਿੱਚ ਹੈ। ਫਿਰ ਬੇਨਤੀ ਸੁਣਿਓ, ਫਾਰਸੀ ਇਹ ਲਵੇ ਰੇਖਤਾ, ਉਦੋਂ ਅਜੇ ਉਰਦੂ ਨਹੀਂ ਸੀ ਹੋਂਦ ਵਿੱਚ ਆਇਆ। ਉਰਦੂ ਆਉਂਦਾ ਸ਼ਾਹਜਹਾਂ ਦੇ ਵੇਲੇ, ਪਰ ਉਸ ਵਕਤ ਕੀ ਸੀ, ਜੇ ਮੈਂ ਭੁੱਲਾਂ ਨਾ ਤਾਂ ਉਸ ਵਕਤ ਰੇਖਤਾ ਸੀ। ਫਾਰਸੀ ਵਾਲੇ ਤੇ ਹਿੰਦਵੀ ਵਾਲੇ ਜਦੋਂ ਆਪਸ ਵਿੱਚ ਗੱਲਬਾਤ ਕਰਦੇ ਸਨ, ਉਹ ਰਲਵੀਂ ਮਿਲਵੀਂ ਗੱਲਬਾਤ ਹੋ ਜਾਂਦੀ ਸੀ। ਉਹਦੇ ਵਿੱਚ ਹਿੰਦੀ ਵੀ ਆ ਜਾਂਦੀ ਸੀ, ਉਹਦੇ ਵਿੱਚ ਫਾਰਸੀ ਵੀ ਆ ਜਾਂਦੀ ਸੀ, ਤੇ ਜਿਹੜੀ ਉਹ ਬੋਲੀ ਵਰਤੀ ਜਾਂਦੀ ਸੀ ਉਹਦੇ ਲਈ ਕਿਹਾ ਜਾਂਦਾ ਸੀ ਉਹ ਸ਼ਬਦਾਵਲੀ ਕਹਿਲਾ ਭਾਸ਼ਾ ਰੇਖਤਾ। ਰੇਖਤਾ ਦਾ ਅਰਥ ਡਿੱਗਿਆ ਹੋਇਆ ਵੀ, ਜਿਵੇਂ ਇੱਧਰ ਪੂਰਬ ਵਿੱਚ ਅਪ੍ਰਭੰਸ਼ ਕਿਹਾ ਜਾਂਦਾ। ਮੈਂ ਖੈਰ ਇਸ ਵਿਸ਼ੇ 'ਚ ਨਹੀਂ ਜਾਣਾ ਭਾਸ਼ਾ ਦੇ, ਸਿਰਫ ਇੱਕ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਨੂੰ ਅਸੀਂ ਧਿਆਨ ਨਾਲ ਪੜ੍ਹੀਏ। ਇਸ ਵਿੱਚ ਗੁਰਦੇਵ ਦੱਸਦੇ ਆ ਕਿ ਉਹ ਮੇਰੇ ਮਨਾ ਤੂੰ ਤਹਿਕੀਕਾਤ ਕਰ ਲੈ, ਜਿਵੇਂ ਸਤਿਗੁਰੂ ਨੇ ਕਿਹਾ ਸਾਡਾ ਤਾਂ ਤਜਰਬਾ, ਤੂੰ ਚੰਗੀ ਤਰ੍ਹਾਂ ਤਸੱਲੀ ਕਰ ਲੈ, ਪੜਚੋਲ ਕਰ ਲੈ, ਇੱਥੇ ਕੋਈ ਕਿਸੇ ਦਾ ਨਹੀਂ। ਇਹ ਸ਼ਬਦ ਹੈ ਜੀ, ਥੋੜ੍ਹੇ ਜਿਹੇ ਅਰਥ ਮੈਂ ਇਹਦੇ ਅੱਖਰੀ ਜ਼ਰੂਰ ਕਰਾਂਗਾ। ਸ਼ਬਦ ਹੈ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ। ਯਕ ਦਾ ਅਰਥ ਇੱਕ, ਅਰਜ਼ ਦਾ ਅਰਥ ਬੇਨਤੀ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ। ਹੇ ਕਰਤਾਰ ਪ੍ਰਮਾਤਮਾ, ਤੂੰ ਕੰਨ ਦੇ ਕੇ ਮੇਰੀ ਇੱਕ ਬੇਨਤੀ ਸੁਣ। ਮੈਂ ਤੇਰੇ ਨਾਲ ਗੱਲਬਾਤ, ਮੈਂ ਗੱਲ ਆਖੀ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਪਰ ਵੇਖੋ ਇਹਦੇ 'ਚ ਕਿਆ, ਮੇਰੀ ਅਰਜ਼ ਸੁਣ, ਕੰਨ ਦੇ ਕੇ ਸੁਣ। ਮੁਖਾਤਬ ਪ੍ਰਮਾਤਮਾ ਨੂੰ ਕਰ ਰਿਹਾ, ਪਰ ਇਹਦੇ ਵਿੱਚ ਜਿਹੜਾ ਅੱਗੇ ਉਪਦੇਸ਼ ਆਵੇਗਾ ਉਹ ਆਈ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਜਾਮੇ 'ਚ ਕਹਿ ਰਹੇ। ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਬ ਤੂੰ। ਤੂੰ ਸੱਚ ਹੈ, ਤੂੰ ਸਭ ਤੋਂ ਵੱਡਾ ਹੈ, ਤੂੰ ਦਿਆਲੂ ਹੈ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਤੇਰੇ ਉੱਤੇ ਕੋਈ ਐਬ ਨਹੀਂ। ਪਰਮਾਤਮਾ ਤੂੰ ਸਾਰੀ ਦੁਨੀਆ ਨੂੰ ਰਿਜ਼ਕ ਦੇਣ ਵਾਲਾ ਹੈ। ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਅਗਲਾ ਬਚਨ ਹੈ ਦੁਨੀਆ ਮੁਕਾਮੇ ਫਾਨੀ। ਜੋ ਮੈਂ ਬੇਨਤੀ ਕਰ ਰਿਹਾ ਕਿ ਜਗ ਰਚਨਾ ਸਭ ਝੂਠ ਹੈ, ਦੁਨੀਆ ਮੁਕਾਮੇ ਫਾਨੀ। ਜਿਹੜਾ ਆਹ ਮੁਕਾਮ ਹੈ ਜਿੱਥੇ ਆਪਾਂ ਰਹਿ ਰਹੇ ਹਾਂ, ਇਹ ਮੁਕਾਮ ਨੇ ਇੱਕ ਦਿਨ ਫਨਾ ਹੋ ਜਾਣਾ ਹੈ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਹੇ ਮੇਰੇ ਦਿਲਾਂ, ਸਿਆਣੇ ਦਿਲਾ, ਚੰਗੀ ਤਰ੍ਹਾਂ ਤਹਿਕੀਕਾਤ ਕਰ ਲੈ, ਪੜਚੋਲ ਕਰ ਲੈ, ਨਿਰੀਖਣ ਕਰ ਲੈ। ਜੋ ਅਸੀਂ ਤੈਨੂੰ ਤਜਰਬਾ ਦੱਸਨੇ ਪਏ ਇਹ ਕੁਝ ਤੇਰੇ ਨਾਲ ਵਾਪਰਨਾ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਵੇ ਅਜ਼ਰਾਈਲ ਗਿਰਫਤ ਹੈ। ਪਿਆਰਿਆ ਦੇਖ, ਕੋਈ ਕਿਸੇ ਦਾ ਨਹੀਂ। ਮਮ ਸਰ ਮੁਵੇ ਅਜ਼ਰਾਈਲ ਗਿਰਫਤ ਹੈ। ਮੇਰਾ ਸਿਰ, ਮੁਵੇ ਦਾ ਅਰਥ ਕੇਸ਼ਵਾਲ, ਅਜ਼ਰਾਈਲ ਦਾ ਅਰਥ ਮੌਤ ਦਾ ਫਰਿਸ਼ਤਾ। ਇਹਦਾ ਮਤਲਬ ਮੌਤ ਨੇ ਸਮੇਂ ਨੇ ਕਿ ਇਹ ਦਿਲਾਂ ਤੂੰ ਚੰਗੀ ਤਰ੍ਹਾਂ ਪੜਚੋਲ ਕਰ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ
ਮੇਰੇ ਸਿਰ ਦੇ ਵਾਲਾਂ ਨੂੰ ਮੌਤ ਨੇ ਪਕੜਿਆ ਹੋਇਆ। ਇਹਦਾ ਮਤਲਬ ਬੰਦੇ ਨੂੰ ਚੇਤੇ ਕਰਾ ਰਿਹਾ ਕਿ ਇਹ ਜੋ ਕੁਝ ਹੈ ਇਹ ਨਾਸ਼ਵੰਤ ਹੈ। ਮਹਾਰਾਜ ਕਹਿ ਰਹੇ ਨੇ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੁਵੇ ਅਜ਼ਰਾइल गिरफ्त दिल केच ना दानी रहाओ। अगले बचन ने जन पिसर पदर बिरादरां कस नेस दस्तंगीर, इस्त्री पुत्र पिता भरा रिश्तेदार साख संबंधी कोई काहू को नहीं। महाराज कहते हैं कस नेस दस्तंगीर, इत्थे कोई भी ऐसा नहीं कि जिन्हें तेरे डिगे कोई दी बाह नूं घुट के पकड़ लेना। जन पिसर पदर बिरादरा कस नेस दस्तंगीर, आखिर बेअफ्तम कच ना दारद चूं शबद तकबीर। कहते आखिर जदों मैं डिग्या, जदों मौत आई, तकबीर का अर्थ जदों जनाजे नाल पढ़ी जाण वाली नमाज की तैयारी हो गई। महाराज ने शब्दावली उही वरती इस्लाम वाली। महाराज कहते ने आखिर बेअफ्तम कश ना दारद चूं शवा तकबीर, शब रोज़ गस्तम दर खवा कर देम बदी ख्याल। हे परमात्मा मेरी हालत ए वे। शब का अर्थ है रात, फारसी भी शब कहांगे, रोज़ का अर्थ है दिन। कहते ने परमात्मा दिन की ते रात की, अठे पैर मेरा मन जिहड़ा सच्ची मुच्ची बदी दे ख्यालों विच ही प्रवृत्त रहा है। ये समझदा ही नहीं पिया, इस दिल नूं समझ नहीं पै रही भी सिर दे उत्ते मौत ने जूड़े नूं घुट के पकड़िया है। पता नहीं किस थां ते केड़ी घड़ी ने खिच लेना मैनू। सब रोज़ गश्तम दर हवा कर देम बदी ख्याल, गाहे ना नेकी कार करदम मम ई चिनी अहवाल। हे परमात्मा कोई भी नेकी वाला कर्म चंगा कर्म नहीं किया, ये मेरी हालत बनी पई है। इस विच भी सतगुरु दस रहा कि ए इंसान जोड़े जिन्ने भी रिश्ते ने तेरे नेड़े दे, तू देख इन्हां विचों कोई भी तेरा नहीं। ये अपना तजर्बा कर लै। दूसरी गल, कई बारी महापुरख भगत जन गुरु साहबान वार वार एक गल नूं रिपीट करदे आ भी बंदे नूं समझ पै जाए। कबीर साहब जी का बचन है कि कबीर सब जग हों फिरियो मंदल कंध चढ़ाए, कोई काहू को नहीं सब देखी ठोक बजाए। कहते सब नूं नेड़े हो के देख लिया, ठोक बजा के देख लिया, इत्थे कोई भी किसी का नहीं, ये स्वार्थ है। पर नाल एक बचन किया कि नानक थिर हर भगत है। ये तो एक पक्ष है। कोई जाने कमन यहाँ जगमीत, जिस होए कृपाल सोई बिद बूझै ताकि निर्मल रीत, मात पिता भाई सुतबंता। ये महाराज ने सारे शब्द वरते कि ये विचों कुछ भी नहीं। हुण जिहड़ा रहन वाला है, इस विच सतगुरु महाराज कहंदे आ नानक थिर हर भगत है ते राखो मन माहे। सिर्फ एक परमात्मा की भगती थिर है। भगत शब्द भज धातु तो बने, ਇਹਦਾ अर्थ ਆਪਾਂ सेवना भजना चेते करना सेवा करनी ये भी वरत्या जाता है। उन जिहड़ी भगती है गुरु घर दे अंदर कर्म कांडक नहीं, सिर विखावे मात्र। इत्थे भी गुरु तेग बहादुर साहब कहंदे ने थिर भगत है, इनू मन विच रख, इहदा विखावा ना कर। नानक थिर कर भगत है ते राखो मन माहे, इसनू अपने मन दे विच टिका लै। पुरातन समय तो भगती का जिक्र किया जाता है। भावें कि जिहड़ी भगती ते खोज करन वाले ने वो कहंदे आ भी 100 तो ही शुरू हुंदी है। वेद दे विच 3 गल्लां कहीआं गईआं ने, कर्म उपासना ते ज्ञान। पर मैं तो एको बेनती करांगा कि गुरु ग्रंथ साहिब कहते ने आद जुगादी परमात्मा की आद जुगादी ही भगती करने वाले रहे। हर जुग जुग भगतू पाया, पैज रखदा आया राम राजे। महाराज कहते ने जुगा जुगा तो परमात्मा के भगत होए, आद जुगादी वो भगती करते पे। पर इस भगती की जिहड़ी मूवमेंट है भारत विच, इस लहर शब्द वरता महाराज की वेद विच 3 गल्लां कहीआं, कर्म उपासना ते ज्ञान। श्री मद भगवत गीता विच
ਜਿਹੜੀ ਭਗਤੀ ਹੈ ਇਹਨੂੰ ਥੋੜ੍ਹਾ ਜਿਹਾ ਨਿਖਾਰ ਕੇ ਹੋਰ ਕਿਹਾ ਗਿਆ। ਉੱਥੇ ਦੱਸਿਆ ਜਾਂਦਾ ਹੈ ਵੀ ਭਗਤੀ ਕਰਨ ਵਾਲੇ 4 ਤਰ੍ਹਾਂ ਦੇ ਭਗਤ ਨੇ, ਪਰ ਆਪਾਂ ਆਵਾਂਗੇ ਗੁਰਮਤਿ ਦੀ ਭਗਤੀ। ਥੋੜ੍ਹੀ ਜਿਹੀ ਸਿਰਫ ਬੇਨਤੀ ਸੇ ਸੰਬੰਧੀ, ਉਹ ਕਹਿੰਦੇ 4 ਤਰ੍ਹਾਂ ਦੇ ਭਗਤ ਨੇ। ਸ਼੍ਰੀਮਦ ਭਗਵਤ ਗੀਤਾ ਵਿੱਚ ਕਿਹਾ ਜਾਂਦਾ ਹੈ, ਪਹਿਲਾ ਭਗਤ ਜਿਹੜਾ ਹੈ ਉਹਨੂੰ ਕਹਿੰਦੇ ਨੇ ਅਰਥਾ ਅਰਥੀ। ਦੂਸਰੇ ਭਗਤ ਨੂੰ ਕਿਹਾ ਜਾਂਦਾ ਆਰਥ। ਤੀਸਰੇ ਭਗਤ ਨੂੰ ਕਿਹਾ ਜਾਂਦਾ ਹੈ ਜਗਿਆਸੂ, ਤੇ ਚੌਥੇ ਭਗਤ ਨੂੰ ਕਿਹਾ ਜਾਂਦਾ ਹੈ ਗਿਆਨੀ। ਇਹਨਾਂ ਦੀ ਥੋੜ੍ਹੀ ਜਿਹੀ ਵਿਆਖਿਆ ਸਿਰਫ। ਆਰਤ ਭਗਤ ਦਾ ਅਰਥ ਹੈ, ਜਾਂ ਅਰਥਾ ਅਰਥੀ, ਪਹਿਲਾਂ ਮੈਂ ਕਿਹਾ ਅਰਥਾ ਅਰਥੀ ਭਗਤ ਦਾ ਅਰਥ ਹੈ ਜਦੋਂ ਬੰਦੇ ਨੂੰ ਸੰਸਾਰਿਕ ਤੌਰ 'ਤੇ ਦੌਲਤ ਦੀ, ਪੈਸੇ ਦੀ, ਅਰਥ ਜਿਹਨੂੰ ਕਹਿੰਦੇ ਰੁਪਈਏ ਦੀ ਦੌੜ ਹੁੰਦੀ ਹੈ, ਅਤੇ ਉਸ ਗਰੀਬੀ ਦੇ ਦਿਨਾਂ ਵਿੱਚ, ਉਸ ਕੰਗਾਲੀ ਦੇ ਦਿਨਾਂ ਵਿੱਚ ਜਦੋਂ ਕੋਈ ਇਹਨੂੰ ਕਹਿ ਦੇ ਵੀ ਤੂੰ ਆ ਭਗਤੀ ਕਰ ਤੇ ਤੇਰਾ ਕੰਮ ਸਰ ਜਾਏਗਾ। ਮੈਂ ਕਿਹਾ ਵੀ ਇਹ ਉਹਦੇ ਵਿੱਚ ਲਿਖਿਆ। ਹੁਣ ਗੁਰਬਾਣੀ ਵਿੱਚ ਕਿਵੇਂ ਭਗਤੀ ਦਾ ਜ਼ਿਕਰ ਕੀਤਾ ਉਹ ਵੀ ਮੈਂ ਬੇਨਤੀ ਕਰਨੀ ਹੈ। ਉੱਥੇ ਅਰਥਾ ਅਰਥੀ ਦਾ ਜਦੋਂ ਪੈਸੇ ਨਹੀਂ ਤੇ ਉਦੋਂ ਬੰਦਾ ਭਗਤੀ ਕਰਦਾ, ਸਿਮਰਨ ਕਰ ਲਿਆ, ਜਪ ਤਪ ਕਰ ਲਿਆ। ਪਰ ਪਿਆਰਿਓ ਯਾਦ ਰੱਖਿਓ, ਇਹ ਵੀ ਫਿਰ ਉੱਚਾ ਮੁਕਾਮ ਨਹੀਂ, ਇਹ ਸਵਾਰਥ ਲਈ ਹੈ ਨਾ। ਉਹਦੇ ਵਿੱਚ ਸੁੱਖ ਨੇ, ਜੇ ਤੁਸੀਂ ਇਹ ਦਿਓਗੇ ਤੇ ਮੈਂ ਇਹ ਕਰਾਂਗਾ। ਮਹਾਰਾਜ ਕਹਿੰਦੇ ਆ ਕਿ ਜੇ ਤੂੰ ਕੰਮ ਨੂੰ ਲੈ ਕੇ, ਪੈਸੇ ਨੂੰ ਲੈ ਕੇ ਭਗਤੀ ਕਰਨ ਸ਼ੁਰੂ ਕੀਤੀ ਏ ਤੇ ਫਿਰ ਸਦਾ ਲਈ ਭਗਤੀ ਕਾਰੋ ਦੀ, ਤੇ ਭਗਤੀ ਦਾ ਅਰਥ ਕੇਵਲ ਦੌਲਤ ਤੱਕ ਨਾ ਰੱਖ। ਫਿਰ ਖੈਰ ਉੱਥੇ ਅਰਥਾ ਅਰਥੀ ਦਾ ਅਰਥ ਦੌਲਤ ਲਈ। ਦੂਸਰਾ ਭਗਤ ਹੈ ਆਰਤ। ਆਰਤ ਦਾ ਅਰਥ ਹੈ ਕਿ ਬੰਦੇ ਕੋਲ ਪੈਸੇ ਹੈਗੇ ਆ, ਰੁਪਈਏ ਲਈ ਜਾਂ ਦੌਲਤ ਲਈ ਨਹੀਂ ਭਗਤੀ ਕਰ ਰਿਹਾ, ਉਹਦੇ 'ਤੇ ਮੁਸੀਬਤ ਆ ਗਈ ਕੋਈ। ਆਰਤ ਦਾ ਅਰਥ ਹੈ ਦੁਖੀ। ਉਹਨੂੰ ਕੋਈ ਰੋਗ ਲੱਗ ਗਿਆ, ਕੋਈ ਹੋਰ ਬਿਮਾਰੀ ਲੱਗ ਗਈ, ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ, ਅਤੇ ਉਦੋਂ ਫਿਰ ਆਰਤ ਹੋਇਆ ਬੰਦਾ, ਦੁਖੀ ਹੋਇਆ ਬੰਦਾ ਉਸ ਮੁਸੀਬਤ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਪਰਮਾਤਮਾ ਦੀ ਭਗਤੀ ਵੱਲ ਚੱਲਦਾ ਹੈ। ਪਹਿਲਾ ਅਰਥਾ ਅਰਥੀ ਦੌਲਤ ਲਈ, ਦੂਸਰਾ ਅਰਜ਼ ਕੀਤੀ ਆਰਤ ਭਗਤ ਜਿਹੜਾ ਹੈ ਉਹ ਦੁੱਖ ਨੂੰ ਲੈ ਕੇ, ਮੁਸੀਬਤ ਤੋਂ ਬਚਣ ਲਈ ਉਹਦੇ ਲਈ ਭਗਤੀ। ਤੀਸਰਾ ਮੈਂ ਅਰਜ਼ ਕਰਾਂਗਾ ਜਗਿਆਸੂ। ਜਗਿਆਸੂ ਦਾ ਅਰਥ ਅੰਦਰ ਦੀ ਜਾਣਕਾਰੀ ਲੈਣ ਲਈ, ਆਪਣੇ ਅੰਦਰ ਦੇ ਸਮਾਧਾਨ ਨੂੰ ਹੱਲ ਕਰਨ ਦੇ ਲਈ ਇਹਨੂੰ ਕਿਹਾ ਜਾਂਦਾ ਇਹ ਜਗਿਆਸੂ ਭਗਤ ਹੈ। ਅਤੇ ਜਿਹੜਾ ਸਭ ਤੋਂ ਉੱਤਮ ਹੈ ਉਹਦੇ ਲਈ ਸ਼ਬਦ ਵਰਤਿਆ ਗਿਆਨੀ ਭਗਤ। ਗਿਆਨੀ ਭਗਤ ਦਾ ਅਰਥ ਹੈ ਕਿ ਜਿਹਦੇ ਅੰਦਰ ਦੀ ਭਾਵਨਾ ਸਿਰਫ ਇੰਨੀ ਹੈ ਕਿ ਮੈਂ ਆਪਣੇ ਭਗਵੰਤ, ਆਪਣੇ ਪਾਰ ਬ੍ਰਹਮ ਨੂੰ ਰਿਝਾਣਾ ਹੈ, ਆਪਣੇ ਪਰਮੇਸ਼ਵਰ ਨੂੰ ਰਿਝਾਣਾ ਹੈ। ਗੁਰਮਤਿ ਅੰਦਰ ਭਗਤੀ ਦੀ ਬੜੀ ਵੱਡੀ ਥਾਂ ਹੈ। ਗੁਰਮੁਖੋ, ਇਹ ਨਾ ਕੀ ਵੇਦ ਇਹ 'ਚ ਭਗਤੀ ਦੀ ਥਾਂ ਨਹੀਂ। ਇਹ ਵੀ ਸੱਚ ਜੇ ਕਿ ਆਦਿ ਕਾਲ ਤੋਂ ਭਗਤੀ ਦੇ ਨਾਂ 'ਤੇ ਰੱਜ ਕੇ ਪਖੰਡ ਵੀ ਹੋਇਆ, ਅਤੇ ਜੇ ਪਖੰਡ ਹੋਇਆ ਤੇ ਭਗਤੀ ਕਰਨ ਵਾਲਾ, ਅਸਲੀਅਤ ਵਾਲਾ ਵੀ ਇਸ ਧਰਤੀ ਉੱਤੇ ਹਰ ਵਕਤ ਕੋਈ ਨਾ ਕੋਈ ਕਾਇਮ ਜ਼ਰੂਰ ਰਿਹਾ ਹੈ। ਹੋ ਹਜ਼ੂਰ ਨੇ ਜਦੋਂ ਇੱਥੇ ਭਗਤ ਦੀ ਗੱਲ ਕਰਨੀ ਆ, ਨਾਨਕ ਤਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਇਸ ਭਗਤੀ ਵਿੱਚ ਉਂਝ 9 ਤਰ੍ਹਾਂ ਦੀ ਭਗਤੀ ਦੱਸੀ ਗਈ ਹੈ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਦਾ ਜ਼ਿਕਰ ਵੀ ਹੁੰਦਾ, ਭਗਤ 9 ਪ੍ਰਕਾਰਾ, 9 ਤਰ੍ਹਾਂ ਦੀ ਭਗਤੀ। ਉਹਦੇ ਵਿੱਚ ਸੁਣਨਾ, ਮੰਨਣਾ, ਸੇਵਾ, ਚਰਨਾਂ ਦੀ ਸੇਵਾ, ਸਖਾ ਭਾਵ ਆਦਿਕ। ਪਰ ਗੁਰਮਤਿ ਜਿਹੜਾ ਹੈ ਉਹ ਆਮ ਭਗਤੀ ਤੋਂ ਵਿਖੂਣੇ, ਬਾਹਰ ਮੁਖੀ ਫੋਕਟ ਕਰਮ ਕਾਂਡਾਂ ਨੂੰ ਕੋਈ ਥਾਂ ਨਹੀਂ ਦਿੰਦਾ। ਗੁਰਮਤਿ ਜਿਹੜੀ ਹੈ ਉਹ ਪਿਆਰਿਓ ਭਾਉ ਭਗਤ ਨੂੰ ਸਵੀਕਾਰ ਕਰਦੀ ਹੈ, ਜਿਹਨੂੰ ਆਪਾਂ ਪ੍ਰੇਮਾ ਭਗਤੀ ਕਹਿੰਦੇ ਹਾਂ। ਸਭ ਤੋਂ ਪਹਿਲਾਂ ਭਗਤੀ ਕਰਨ ਵਾਸਤੇ ਪ੍ਰੇਮ ਦਾ ਹੋਣਾ ਅਤ ਲਾਜ਼ਮੀ ਹੈ। ਪ੍ਰੇਮ ਤੋਂ ਬਿਨਾਂ ਭਗਤੀ ਫਲੀਭੂਤ ਹੀ ਨਹੀਂ ਹੋ ਸਕਦੀ ਜੀ। ਪ੍ਰੇਮ ਤੋਂ ਬਿਨਾਂ ਸਿਰ ਬੱਧਾ ਚੱਟੀ ਹੈ, ਪ੍ਰੇਮ ਤੋਂ ਬਿਨਾਂ ਅੰਦਰ ਸਿਰ ਭਾਰ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 3 ਕਰਮਾਂ ਦਾ ਜ਼ਿਕਰ ਕੀਤਾ ਆਪਣੇ ਸਵਈਆਂ ਵਿੱਚ, ਕਿ ਜਿਨ੍ਹਾਂ ਕਰਮਾਂ ਦੇ ਵਿੱਚ ਲੱਗਦਾ ਤੇ ਧਰਮ ਕਮਾ ਰਿਹਾ ਹੈ ਪਰ ਅੰਦਰ ਪ੍ਰੇਮ ਤੋਂ ਹੀਣਾ ਹੈ। ਮਹਾਰਾਜ ਨੇ ਕਿਹਾ ਕਾਹਾ ਭਇਓ ਜੋ ਦੋ ਲੋਚਨ ਮੂੰਦ ਕੈ। ਇਹ ਵੀ ਤਾਂ ਲੋਕ ਭਗਤੀ ਕਰਦੇ ਆ, ਨੇਤਰ ਬੰਦ ਨੇ ਤੇ ਅੰਤਰ ਆਤਮੇ ਮਹਾਰਾਜ ਕਹਿੰਦੇ ਕਪਟ ਚੱਲਦਾ ਪਿਆ।
ਬਾਹਰਮੁਖੀ ਤਾਂ ਭਗਤੀ ਦਿਸ ਰਹੀ ਹੈ ਨਾ। ਮੈਂ ਤਾਂ ਬੇਨਤੀ ਕੀਤੀ ਵੀ ਅੰਦਰ ਭਾਉ ਭਗਤ ਨੂੰ ਮੰਨਿਆ, ਪ੍ਰੇਮਾ ਭਗਤੀ ਨੂੰ ਮੰਨਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਆ, ਕਾਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ। ਜੇ ਸਿਰਫ ਤੂੰ ਅਭਿਆਸ ਕਰੀ ਜਾਂ ਸਰੀਰ ਦਾ ਕਿ ਨੇਤਰ ਬੰਦ ਕਰਕੇ ਮੈਂ ਜੀ 2 ਘੰਟੇ, ਇਹ ਜੀ 4 ਘੰਟੇ, ਇਹ 8 ਘੰਟੇ ਨਹੀਂ ਉੱਠਦਾ। ਮਹਾਰਾਜ ਕਹਿੰਦੇ ਨੇ ਸਰੀਰਕ ਤੌਰ 'ਤੇ ਅਭਿਆਸ ਕੀਤਿਆਂ ਤੂੰ 12 ਘੰਟੇ ਵੀ ਬੈਠ ਜਾਏਗਾ, ਪਰ ਇਹਨਾਂ 12 ਘੰਟਿਆਂ ਦੇ ਵਿੱਚ ਅੰਦਰ ਵਾਲਾ ਮਨਵਾ ਕਿੰਨਾ ਕੁ ਸਮਾਂ ਬੈਠਾ ਹੈ। ਜੇ ਬਗਲਾ, ਚਲੋ ਉਦਾਹਰਨ ਮਾਰਨ ਬਗਲੇ ਦੀ ਦਿੱਤੀ, ਉਹ ਅੱਖਾਂ ਵੀ ਬੰਦ ਕਰਦਾ ਹੈ, ਪਰ ਪਿਆਰੇ ਉਹਦੇ ਅੱਖਾਂ ਬੰਦ ਕਰਨ ਦੇ ਮਤਲਬ ਇਹ ਵੇ ਕਿ ਉਹ ਅੰਦਰੋਂ ਵੀ ਟਿਕ ਗਿਆ। ਮਹਾਰਾਜ ਕਹਿੰਦੇ ਨਹੀਂ, ਕਾਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਹਰ ਤੀਰਥ ਦਾ ਇਸ਼ਨਾਨ ਕੀਤਾ, ਪਰ ਪ੍ਰੇਮਾ ਭਗਤੀ ਨੂੰ ਮੈਂ ਇੱਕ ਲਫ਼ਜ਼ ਵਰਤਿਆ, ਫੋਕਟ ਕਰਮ। ਫੋਕਟ ਲਫ਼ਜ਼ ਵਰਤਿਆ ਕਿ ਜਿਹਦੇ ਵਿੱਚ ਕੋਈ ਰਸ ਨਹੀਂ, ਭਗਤੀ ਨਹੀਂ। ਉਹ ਮਹਾਰਾਜ ਕਹਿੰਦੇ ਕਾਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਇਓ। ਆਪਣੀ ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਵਿੱਚ ਨਿੱਠ ਕੇ ਲਾ ਦਿੱਤੀ। ਇੱਕ ਅਰਥ ਇਹ ਵੀ ਕੀਤੇ ਗਏ ਕਿ ਸਾਰੀ ਜ਼ਿੰਦਗੀ ਸਿਰਫ ਵਿਖਿਆਨ 'ਤੇ ਲੱਗ ਗਈ। ਮੈਂ ਆਪਣੀ ਗੱਲ ਕਰਾਂ, ਮਹਾਰਾਜ ਕਹਿੰਦੇ ਨੇ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਇਓ। ਤੇ ਮਨ ਚ ਆਵੇਗਾ ਜੀ ਇਹ ਤਾਂ ਬੜੀ ਵੱਡੀ ਸੱਟ ਮਾਰਤੀ, ਅਗਲੇ ਦੀ ਸ਼ਰਧਾ ਟੁੱਟ ਗਈ। ਅੱਗੇ ਮਹਾਰਾਜ ਕਹਿੰਦੇ ਆ, ਨਹੀਂ ਭਾਈ, ਮੈਂ ਤੁਹਾਡੀ ਸ਼ਰਧਾ ਨਹੀਂ ਤੋੜ ਰਿਹਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਤੁਹਾਡੇ ਅੰਦਰ ਨੂੰ ਡਿਸਟਰਬ ਨਹੀਂ ਕਰ ਰਿਹਾ, ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ, ਸਾਚ ਕਹੂੰ ਸੁਣ ਲੇਖੋ ਸਭ ਹੈ। ਇਹ ਗੱਲ ਸੱਚੀ ਜਾਣੋ, ਭਗਤੀ ਹੈ, ਸਿਮਰਨ ਹੈ। ਸਾਚ ਕਹੂੰ ਸੁਣ ਲਿਓ ਸਭ ਹੈ। ਨਾਲ ਅਗਲੇ ਬਚਨ ਨੇ, ਜਿਨ ਪ੍ਰੇਮ ਕੀਓ ਤਿਨ ਕੀ ਪ੍ਰਭ ਪਾਇਓ। ਜਿਨੇ ਪਿਆਰਿਓ ਪ੍ਰੇਮ ਕੀਤਾ, ਜਿਨੇ ਪ੍ਰੇਮਾ ਭਗਤੀ ਕੀਤੀ, ਭਾਉ ਭਗਤ ਕੀਤੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਸਭ ਕੁਝ ਜਾਣ ਵਾਲਾ, ਬਸ ਪ੍ਰੇਮਾ ਭਗਤੀ ਨੂੰ ਆਪਣੇ ਅੰਦਰ ਟਿਕਾ ਲੈ। ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ, ਸਾਚ ਕਹੂੰ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਕੀ ਪ੍ਰਭ ਪਾਇਓ। ਇਸੇ ਨੂੰ ਗੁਰਦੇਵ ਗੁਰੂ ਨਾਨਕ ਸਾਹਿਬ ਕਹਿੰਦੇ ਆ, ਭਾਉ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਹ ਖਾਂਤਰ ਪਾਏ। ਜਿਹੜਾ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਚ ਵਿਖਾਵੇ ਦਾ ਨੀਚ ਨਹੀਂ, ਆਪਣੀ ਧੁਰ ਅੰਦਰ ਤੋਂ ਮਨ ਨੂੰ ਮਨਾ ਲਵੇ ਕਿ ਨਹੀਂ ਮੇਰੇ ਕਰਮ ਬੜੇ ਮਾੜੇ ਆ, ਆਪਣੀ ਗਿਰਵਾਨ ਝਾਤੀ ਮਾਰੇ। ਭਗਤੀ ਹਰ ਬੰਦੇ ਦਾ ਜਨਮ ਸਿੱਧ ਅਧਿਕਾਰ ਹੈ ਗੁਰਮਤਿ ਅਨੁਸਾਰ। ਮਰਜ਼ ਕਰ ਲੱਗਾ ਜਨਮ ਸਿੱਧ ਕਿਹਾ, ਮੈਂ ਧਰਮ ਸਿੱਧ ਨਹੀਂ ਕੇਵਲ ਕਿਹਾ, ਤੇ ਮੈਂ ਜਾਤ ਸਿੱਧ ਨਹੀਂ ਕਿਹਾ। ਇਹਦਾ ਜਾਤ ਸਿੱਧ ਦਾ ਮਤਲਬ ਕਿ ਇਸ ਜਾਤ ਵਿੱਚ ਜਿਹੜਾ ਬੰਦਾ ਜਨਮ ਲੈ, ਪੈਦਾਇਸ਼ ਹੋਵੇ, ਉਹੀ ਭਗਤੀ ਕਰ ਸਕਦਾ। ਤੇ ਇਹ ਵੀ ਨਹੀਂ ਵੀ ਇਸ ਧਰਮ ਦੇ ਬੰਦੇ ਸਿਰਫ ਭਗਤੀ, ਦੂਜਾ ਧਰਮ ਕੁਛ ਨਹੀਂ। ਇੱਥੇ ਮੈਂ ਬੇਨਤੀ ਕਰਾਂਗਾ, ਜਿਹੜੀ ਭਗਤੀ ਹੈ, ਪ੍ਰੇਮਾ ਭਗਤੀ ਹੈ, ਉਹ ਦਰਅਸਲ ਹਰ ਬੰਦੇ, ਦਰਅਸਲ ਉਹ ਹਰ ਬੰਦੇ ਦਾ ਜਮਾਂਦਰੂ ਹੱਕ ਹੈ। ਉਹ ਕਿਸੇ ਪਰਿਵਾਰ 'ਚ ਪੈਦਾ ਹੋਇਆ, ਕਿਸੇ ਬਰਾਦਰੀ 'ਚ ਪੈਦਾ ਹੋਇਆ। ਇਸੇ ਕਰਕੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਜ਼ੁਰਗ ਜਿਹੜੇ ਆਪ ਚੰਮ ਦਾ ਕੰਮ ਕਰਦੇ ਸਨ, ਚਮੜੇ ਦਾ ਕੰਮ ਕਰ ਰਹੇ ਨੇ, ਤੇ ਉਹਨਾਂ ਆਪਣੀ ਬਾਣੀ 'ਚ ਕਿਹਾ ਵੀ ਕਿ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੈ ਕਰੈ ਡੰਡੌਟ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਕਹਿੰਦੇ ਨੇ ਮੇਰੇ ਬਜ਼ੁਰਗ, ਮੇਰੀ ਬਰਾਦਰੀ ਦੇ ਲੋਕ ਮਰੇ ਕੋਈ ਪਸ਼ੂ ਢੋਂਦੇ ਨੇ, ਪਰ ਪ੍ਰਮਾਤਮਾ ਤੇਰੀ ਭਗਤੀ ਕਰਕੇ ਗੱਲ ਦੀ ਸਮਝ ਪੈ ਗਈ ਕਿ ਤੂੰ ਕਿਸੇ ਦੇ ਬਾਪ ਦੀ ਮਲਕੀਅਤ ਨਹੀਂ, ਤੂੰ ਕਿਸੇ ਦੇ ਬਾਪ ਦਾ ਖਰੀਦਿਆ ਹੋਇਆ ਨਹੀਂ। ਇਹੀ ਤਾਂ ਗੁਰਮਤਿ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਬਈ ਇਹ ਜਨਮ ਸਿੱਧ ਅਧਿਕਾਰ, ਕੋਈ ਵੀ ਭਗਤੀ ਕਰੇ, ਉਹਦਾ ਪਿਛੋਕੜ ਕੀ ਹੈ, ਉਹਦੀ ਜਾਤ ਕਰਕੇ ਭਾਵੇਂ ਕੋਈ ਵੀ ਹੋਵੇ, ਪਰ ਮਹਾਰਾਜ ਕਹਿੰਦੇ ਨੇ ਕਰਮ ਉਹਦੇ ਜੇ ਨਿਰਮਲ ਨੇ। ਭਗਤ ਰਵਿਦਾਸ ਸਾਹਿਬ ਦਾ ਬਚਨ ਹੈ, ਆਪਨ ਬਾਪੈ ਨਾਹੀ ਕਿਸੀ ਕੋ। ਪਰਮਾਤਮਾ ਕਿਸੇ ਦੇ ਬਾਪ ਦਾ ਥੋੜਾ ਹੈ ਜੀ। ਜਿਵੇਂ ਦੁਕਾਨ, ਘਰ, ਮਕਾਨ, ਜ਼ਮੀਨ, ਗੱਡੀ,
ਇਹ ਬੰਦੇ ਦਾ ਕਹਿੰਦਾ ਮੇਰਾ ਪਿਓ ਬਣਾ ਕੇ ਗਿਆ। ਨਹੀਂ ਪਿਆਰਿਓ, ਰੱਬ ਕਿਸੇ ਦੇ ਪਿਓ ਦਾ ਖਰੀਦਿਆ ਬਣਾਈ ਹੋਈ ਜਾਇਦਾਦ ਦੀ ਤਰ੍ਹਾਂ ਨਹੀਂ। ਗੁਰੂ ਸਾਹਿਬ ਕਹਿੰਦੇ ਉਹ ਤਾਂ ਸਿਰਫ ਪ੍ਰੇਮ ਦਾ ਹੈ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਉਹ ਭਾਵਨਾ ਦਾ ਹੈ, ਜਿਸ ਅੰਦਰ ਭਾਵਨਾ ਪੈਦਾ ਹੋਗੀ ਉਸੇ ਦਾ। ਮੈਂ ਤਾਂ ਥੋੜ੍ਹਾ ਜਿਹਾ ਬਚਨ ਕੀਤਾ, ਥਿਰ ਹਰ ਭਗਤ, ਹਰੀ ਦੀ ਭਗਤੀ, ਉਹਦਾ ਸਿਮਰਨ, ਉਹਦਾ ਚਿੰਤਨ, ਤੇ ਜਿੱਥੇ ਪ੍ਰੇਮਾ ਭਗਤ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਪ੍ਰੇਮਾ ਭਗਤ ਦੇ ਵਿੱਚ ਹੀ ਉਹ ਸਮਾਉਂਦਾ ਹੈ। ਹਾਂ, ਇਹ 'ਚ ਕੋਈ ਸ਼ੱਕ ਨਹੀਂ। ਪ੍ਰੇਮਾ ਭਗਤੀ ਦੇ ਨਾਂ ਉੱਤੇ ਵੀ ਪ੍ਰਪੰਚਕ, ਕਿਤੇ ਵੀ ਕਿਸੇ ਫੀਲਡ ਚੱਲੋਗੇ ਤੁਹਾਨੂੰ ਜਿੱਥੇ ਅਸਲੀਅਤ ਮਿਲੇਗੀ ਉੱਥੇ ਨਕਲ ਜ਼ਰੂਰ ਮਿਲੇਗੀ। ਇਹ ਹੋ ਹੀ ਨਹੀਂ ਸਕਦਾ ਨਾ ਮਿਲੇ। ਹੁਣ ਪ੍ਰੇਮਾ ਭਗਤੀ ਵਾਲੇ ਦੀਆਂ ਅੱਖਾਂ 'ਚ ਵੀ ਪਾਣੀ ਨਿਕਲਦਾ ਹੈ ਤੇ ਪਖੰਡੀ ਦੀਆਂ ਅੱਖਾਂ ਵਿੱਚੋਂ ਵੀ ਨਿਕਲ ਆਉਂਦਾ। ਫਰਕ ਹੈ ਥੋੜ੍ਹਾ ਜਿਹਾ। ਜਿਵੇਂ ਇੱਕ ਸਟੀਲ ਦਾ ਗਲਾਸ ਕੋਈ ਲੈ ਲੈ, ਇੱਕ ਸਟੀਲ ਦਾ ਜੱਗ ਲੈ ਲੈ, ਉਹਦੇ ਵਿੱਚ ਠੰਡਾ ਨੀਰ ਪਾ ਦਿਓ ਤੇ ਉਸ ਭਾਂਡੇ ਦੇ ਬਾਹਰ ਵਾਲੇ ਪਾਸੇ ਵੀ ਪਾਣੀ ਦੀਆਂ ਬੂੰਦਾਂ ਆ ਜਾਣਗੀਆਂ। ਗਲਾਸ ਵਿੱਚ ਪਾਣੀ ਠੰਡਾ ਪਾਓ, ਉਸ ਗਲਾਸ ਦੇ ਬਾਹਰ ਵਾਲੇ ਪਾਸੇ ਵੀ ਪਾਣੀ ਦੀਆਂ ਬੂੰਦਾਂ ਨੇ। ਇਹਦਾ ਮਤਲਬ ਇਹ ਨਹੀਂ ਕੋ ਮੈਟਲ ਜਿਹੜਾ ਹੈ ਉਹ ਕੋਮਲ ਹੋ ਗਿਆ, ਉਹਨੇ ਆਪਣਾ ਸਖਤਪੁਣ ਛੱਡ ਦਿੱਤਾ ਹੈ। ਪਖੰਡੀ ਪਰਪੰਚੀ ਦੀ ਅੱਖਾਂ 'ਚ ਨੀਰ ਇਸ ਤਰ੍ਹਾਂ ਜਿਵੇਂ ਸਟੀਲ ਦੇ ਗਲਾਸ 'ਚ ਪਾਇਆ ਹੈ, ਤੇ ਜਿਹੜਾ ਹਿਰਦੇ ਤੋਂ ਭਿੱਜ ਕੇ ਭਗਤੀ ਕਰਦਾ ਹੈ, ਅੰਦਰੋਂ ਆਪਣੇ ਆਪ ਨੂੰ ਸਮਰਪਣ ਹੋ ਕੇ ਕਰਦਾ ਹੈ, ਉਹਦੀਆਂ ਅੱਖਾਂ ਦੀ ਇੱਕ ਬੂੰਦ, ਇੱਕ ਅਥਰੂ ਕਰੋੜਾਂ ਜਨਮਾਂ ਦੀ ਮੈਲ ਧੋਣ ਦੀ ਸਮਰੱਥਾ ਰੱਖਦਾ ਹੈ, ਅੰਦਰ ਸ਼ੁੱਧਤਾ ਪੈਦਾ ਕਰਦਾ ਹੈ। ਗੁਰੂ ਸਾਹਿਬ ਨੇ ਕਿਹਾ ਜਿਹਨੇ ਭਗਤੀ ਕੀਤੀ, ਇੱਕ ਉਦਾਹਰਨ ਮੈਂ ਆਪ ਨੂੰ ਬਾਣੀ 'ਚੋਂ ਦਿਆਂਗਾ। ਵੇਖੋ, ਆਪਣੇ ਵਾਸਤੇ ਇਸ਼ਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਮੈਂ ਸੋਹਣੇ ਇਸ ਤੁਕ ਤੇ ਬੋਲ ਰਿਹਾ, ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਉਸ ਭਗਤੀ ਨੂੰ ਆਪਣੇ ਮਨ 'ਚ ਰੱਖ। ਉਸ ਵਿੱਚ ਉਦਾਹਰਨ ਉਹਨਾਂ ਬੜੀ ਪੁਰਾਤਨ ਦਿੱਤੀ। ਹਸਤਨਾਪੁਰ ਸ਼੍ਰੀ ਕ੍ਰਿਸ਼ਨ ਭਗਵਾਨ ਆਉਂਦੇ ਨੇ ਤੇ ਉਹ ਬਿਦਰ ਦੇ ਘਰ ਜਾਂਦੇ ਆ। ਉਦਾਹਰਨ ਸਭ ਨੂੰ ਪਤਾ। ਉਹ ਬਿਦਰ ਦੇ ਘਰ ਜਾਂਦੇ ਆ ਤੇ ਦੁਰਯੋਧਨ ਜਿਹੜਾ ਹੈ ਉਹਨੂੰ ਪਤਾ ਲੱਗਦਾ ਸੁਬਾਹ, ਉਹ ਕਲਪ ਉੱਠਦਾ ਤੇ ਉਹ ਕ੍ਰਿਸ਼ਨ ਜੀ ਨੂੰ ਆਪਣੇ ਅੰਦਰ ਦੀ ਜਿਹੜੀ ਭੜਾਸ ਹੈ ਉਹ ਕੱਢਦਾ ਤੇ ਕਹਿੰਦਾ, ਦੇਖੋ ਜੀ ਕਿ ਤੁਸੀਂ ਇੱਕ ਦਾਸੀ ਦੇ ਪੁੱਤਰ ਦੇ ਘਰ ਰਾਤ ਰਹੇ, ਸਾਡੇ ਏਡੇ ਵੱਡੇ ਮਹਿਲ, ਸਾਡੇ ਇੰਨੇ ਪ੍ਰਕਾਰ ਦੇ ਕੀਮਤੀ ਪਕਵਾਨ, ਇੰਨੇ ਸੋਹਣੇ ਬਿਸਤਰ, ਇੰਨੀਆਂ ਸੋਹਣੀਆਂ ਅਸਵਾਰੀਆਂ, ਤੁਸੀਂ ਸਭ ਕੁਝ ਛੱਡ ਕੇ ਇੱਕ ਝੌਂਪੜੀ ਵਾਲੇ ਬਿਦਰ ਦੇ ਘਰ ਕਿਉਂ ਚਲੇ ਗਏ? ਉਹਦੇ ਅੰਦਰ ਇਹ ਸੀ ਵੀ ਸਾਡੇ ਕੋਲ ਇੰਨਾ ਕੁਝ। ਮੈਂ ਇਹਦੀ ਬੇਨਤੀ ਕਰਾਂਗੇ ਦੇ ਅੰਤਰੀਵ ਅਰਥ ਵੀ ਆਪਾਂ ਕਰਨੇ। ਉਸ ਵਕਤ ਕ੍ਰਿਸ਼ਨ ਜੀ ਨੇ ਜਿਹੜੇ ਸ਼ਬਦ ਕਹੇ, ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਤੇ ਇਹਦੀ ਵਿਆਖਿਆ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਵੀ ਕੀਤੀ ਹੈ। ਭਾਈ ਸਾਹਿਬ ਨੇ ਤੇ ਲਿਖਿਆ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਕੋਈ ਰੁੱਖਾ, ਘਰ ਅਸਾਡੇ ਛੱਡ ਕੇ ਚੇਲੇ ਦੇ ਕਰ ਜਾਏ ਕੇ ਸੁੱਖਾ, ਗੋਲੇ ਦੇ ਕਰ ਜਾਏ ਕੇ ਸੁੱਖਾ, ਭੀਖਮ ਦਰੋਣਾ ਕਰਨ ਤਾਂ ਜਿਹੜੇ ਏਡੇ ਏਡੇ ਘਰ ਦੀਆਂ ਉੱਚੀਆਂ ਸ਼ਖਸੀਅਤਾਂ ਨੇ, ਇਹਨਾਂ ਨੂੰ ਛੱਡ ਕੇ ਤੂੰ ਝੁੱਗੀ ਵਿੱਚ ਜਾ ਬੈਠਾ। ਦੱਸ ਉੱਥੇ ਕਿਉਂ ਤੁਸੀਂ ਚਲੇ ਗਏ? ਉੱਥੇ ਮੈਨੂੰ ਜਿਹੜੀਆਂ ਉਸ ਪੌੜੀ 'ਚੋਂ ਜਿਹੜੀਆਂ ਤੁਕਾਂ ਤੱਤ ਨੇ, ਉੱਥੇ ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ, ਭਾਉ ਜਵੇਖਾ ਬਿਦਰ ਦੇ, ਹੋਰੀ ਦੇ ਚਿਤ ਚਾਓ ਨਾ ਚੁੱਖਾ। ਤੇਰੇ ਕੋਲ ਭੀਸ਼ਮ ਹੈ, ਕਰਨ ਹੈ, ਦਰੋਣਾਚਾਰਿਆ ਨੇ, ਤੇਰੇ ਕੋਲ ਹਰ ਸੁੱਖ ਹੈ, ਪਰ ਤੇਰੇ ਕੋਲ ਉਹ ਭਾਵਨਾ ਨਹੀਂ, ਉਹ ਪ੍ਰੇਮ ਨਹੀਂ ਜਿਹੜਾ ਬਿਦਰ ਦੇ ਕੋਲ ਹੈ। ਭਾਉ ਜਵੇਗਾ ਬਿਦਰ ਦੇ, ਖੌਰੀ ਦੇ ਚਿਤ ਚਾਓ ਨਾ ਚੁੱਖਾ। ਉਹਦੇ ਅਖੀਰ 'ਚ ਭਾਈ ਸਾਹਿਬ ਲਿਖੀ ਦਿਆ, ਗੋਬਿੰਦ ਭਾਉ ਭਗਤ ਦਾ ਭੁੱਖਾ। ਭਾਉ ਭਗਤ ਮੈਂ ਸ਼ਬਦ ਵਰਤਿਆ, ਇਕੱਲੀ ਭਗਤੀ ਵੀ ਨਹੀਂ। ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਨੇ ਉਚਾਰਨ ਕੀਤਾ ਤੇ ਉਹਨਾਂ ਨੇ ਕਿਹਾ, ਰਾਜਨ ਕੌਣ ਤੁਮਾਰੇ ਆਵੇ, ਤੇਰੇ ਘਰ 'ਚ ਕੌਣ ਆਉਂਦਾ, ਤੇਰੇ ਕੋਲ ਉਹ ਪ੍ਰੇਮਾ ਭਗਤੀ ਵਾਲਾ ਹਿਰਦਾ ਨਹੀਂ।
राजन कौन तुम्हारे आवे, ऐसो भाव बिदर को देखियो, ओए गरीब मोह भावै। ਉਹਦੇ ਅੰਦਰ ਪ੍ਰੇਮ ਦੇਖਿਆ, ਉਹਦੇ ਅੰਦਰ ਅਸੀਂ ਭਾਵਨਾ ਦੇਖੀ। ਉਹਦੇ ਅੰਦਰ ਇਹ ਨਹੀਂ ਦੇਖਿਆ ਉਹਦਾ ਘਰ ਕਿੰਨਾ ਕੁ ਵੱਡਾ, ਉਹਦੇ ਕੋਲ ਦੌਲਤ ਕਿੰਨੀ ਕੁ। ਐਸੋ ਭਾਉ ਬਿਦਰ ਕੋ ਦੇਖਿਓ, ਓਏ ਗਰੀਬ ਮੋਹ ਭਾਵੈ। ਉਹ ਨਿਮਰਤਾ ਵਾਲਾ ਮੈਨੂੰ ਚੰਗਾ ਲੱਗਾ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਇਸ ਵਿੱਚ ਭਗਤ ਸਾਹਿਬ ਨੇ ਸਪਸ਼ਟ ਕੀਤਾ ਕਿ ਉਹ ਕਹਿ ਰਹੇ ਨੇ ਕਿ ਦੇਖ ਦੁਰਯੋਧਨ ਤੇਰੇ ਕੋਲ ਹਾਥੀ ਨੇ, ਘੋੜੇ ਨੇ, ਉਸ ਕੋਲ ਝੌਂਪੜੀ ਹੈ, ਉਹਦੇ ਕੋਲ ਨਿਮਰਤਾ ਹੈ। ਤੇਰੇ ਘਰ ਦੇ ਅੰਦਰ ਖੀਰ ਹੈ, ਉਹਦੇ ਘਰ ਦੇ ਵਿੱਚ ਸਾਗ ਹੈ, ਉਹਦੇ ਘਰ ਦੇ ਵਿੱਚ ਕੋਰੇ ਮੱਟ ਦਾ ਪਾਣੀ ਹੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਉਹਦੇ ਘਰ ਦਾ ਸਾਗ ਵੀ ਤੇਰੀ ਖੀਰ ਤੋਂ ਉੱਤਮ ਹੈ। ਗੁਣ ਗਾਵਤ ਰਹਿਨ ਬਿਖਾਨੀ, ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਉਹ ਜ਼ਮੀਨ ਤੇ ਪਏ ਪਰ ਉਹਦੇ ਘਰ 'ਚ ਸਾਗ ਖਾ ਕੇ, ਮੱਟ ਕੋਰੇ ਦਾ ਪਾਣੀ ਪੀ ਕੇ, ਘੜੇ ਦਾ, ਸਾਰੀ ਰਾਤ ਪਰਮਾਤਮਾ ਦੇ ਗੁਣ ਗਾਏ। ਤੇਰੇ ਕੋਲ ਆਉਂਦੇ ਤੂੰ ਸਾਰੀ ਰਾਤ ਸਿਰਫ ਆਪਣੇ ਰਾਜ ਭਾਗ ਦੀ ਖੌਮੇ ਵਿੱਚ ਰਹਿਣਾ ਸੀ। ਮੈਂ ਜੀ ਬੇਨਤੀ ਕਰਾਂ ਜੀ, ਇਹਦੇ ਅੰਤਰੀਵ ਅਰਥ ਕਰਕੇ ਦੇਖੀਏ। ਹਰ ਸਰੀਰ ਦੇ ਵਿੱਚ ਕਿਤੇ ਦੁਰਯੋਧਨ ਬੈਠਾ ਤੇ ਕਿਤੇ ਬਿਦਰ ਬੈਠਾ ਹੋਇਆ। ਇਹ ਵੀ ਤਾਂ ਇੱਕ ਘਰ ਨੇ ਨਾ। ਕਿਸੇ ਘਰ ਦੇ ਵਿੱਚ, ਕਿਸੇ ਸਰੀਰ ਘਰ ਵਿੱਚ ਦੁਰਯੋਧਨ ਹੈ, ਕਿਸੇ ਦੇ ਘਰ ਵਿੱਚ ਬਿਦਰ ਹੈ। ਇਉਂ ਕਹਿ ਲਵਾਂ, ਕਿਸੇ ਦਾ ਮਨ ਦੁਰਯੋਧਨ ਬਣਿਆ ਬੈਠਾ ਹੈ ਤੇ ਕਿਸੇ ਦਾ ਮਨ ਜਿਹੜਾ ਉਹ ਬਿਦਰ ਬਣਿਆ ਬੈਠਾ ਹੈ। ਜਿਹੜਾ ਹੰਕਾਰ ਵਿੱਚ ਦੁਰਯੋਧਨ ਬਣਿਆ ਬੈਠਾ ਹੈ, ਉਸ ਕੋਲ ਧਨ ਪਦਾਰਥ ਬਾਹਰ ਦੀਆਂ ਵਸਤੂਆਂ ਨੇ। ਉਹ ਇਹ ਕਹੇਗਾ ਵੀ ਫਲਾਣਾ ਬੰਦਾ ਵੀ ਮੇਰੇ ਘਰ ਆਉਂਦਾ, ਫਲਾਣਾ ਵੀ ਆਇਆ, ਫਲਾਣਾ ਵੀ ਆਇਆ। ਮੈਂ ਇੱਕ ਬੇਨਤੀ ਕਰਾਂ, ਪੈਸੇ ਨਾਲ, ਧਰਮ ਨਾਲ ਰਿਲੇਟਡ ਬੰਦੇ ਆ ਸਕਦੇ ਆ। ਪੈਸੇ ਨਾਲ, ਤਾਕਤ ਨਾਲ ਧਰਮ ਅਸਥਾਨ ਤੇ ਕਬਜ਼ਾ ਹੋ ਸਕਦਾ ਹੈ। ਪਰ ਚੇਤੇ ਰੱਖਿਓ, ਭਗਵਾਨ ਪੈਸੇ ਨਾਲ ਨਹੀਂ ਆਉਂਦਾ। ਭਗਵਾਨ ਤਾਂ ਬਿਦਰ ਵਰਗਿਆਂ ਦੀ ਭੈ ਭਾਵਨੀ ਨੂੰ ਦੇਖ ਕੇ ਆਉਂਦਾ ਹੈ। ਇਹ ਕੋਈ ਇਹ ਨਹੀਂ ਵੀ ਫਲਾਣੀ ਥਾਂ ਤੇ ਸਾਰੇ ਜਾਂਦੇ ਨੇ ਜੀ, ਸੰਤ ਵੀ ਜਾਂਦੇ ਨੇ, ਸਿੰਘ ਸਾਹਿਬ ਵੀ ਜਾਂਦੇ ਨੇ, ਫਲਾਣਾ ਵੀ ਜਾਂਦਾ ਹੈ। ਨਹੀਂ ਪਿਆਰਿਓ, ਮੈਂ ਇੱਕ ਬੇਨਤੀ ਕਰਾਂ ਕਿ ਧਰਮ ਅਸਥਾਨ ਤੇ ਤਾਕਤ ਨਾਲ ਬੰਦਾ ਕਾਬਜ ਹੋ ਸਕਦਾ ਹੈ, ਪਰ ਧਰਮ ਤਾਕਤ ਨਾਲ ਅੰਦਰ ਨਹੀਂ ਆਉਂਦਾ ਹੁੰਦਾ। ਧਰਮ ਭਾਵਨਾ ਨਾਲ ਆਉਂਦਾ ਹੈ, ਧਰਮ ਭਾਵ ਭਗਤੀ ਨਾਲ ਆਉਂਦਾ ਹੈ। ਹੁਣ ਦੁਰਯੋਧਨ ਕੋਲ ਇੰਨੀ ਤਾਕਤ ਹੈ, ਮੈਂ ਸਿਰਫ ਇੱਕ ਉਦਾਹਰਨ ਲਈ ਹੈ। ਦੁਰਯੋਧਨ ਕੋਲ ਤਾਕਤ ਹੈ, ਹਾਥੀ ਨੇ, ਘੋੜੇ ਨੇ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਪਰ ਉਸ ਦੇ ਘੋੜਿਆਂ ਦਾ, ਉਹਦੇ ਹਾਥੀਆਂ ਦਾ, ਉਹਦੇ ਮਹਿਲਾਂ ਦਾ, ਉਹਦੀ ਦੌਲਤ ਦਾ ਕ੍ਰਿਸ਼ਨ ਜੀ ਨੇ ਬਿਲਕੁਲ ਪ੍ਰਭਾਵ ਨਹੀਂ ਕਬੂਲਿਆ। ਉਹ ਬਿਦਰ ਦੇ ਘਰ ਚਲੇ ਗਏ। ਦੁਰਯੋਧਨ ਧੱਕੇ ਨਾਲ ਆਪਣੇ ਘਰ ਨਹੀਂ ਲਿਆ ਸਕਿਆ। ਬਸ ਪਿਆਰਿਓ, ਯਾਦ ਰੱਖਿਓ, ਉਦਾਹਰਨ ਕ੍ਰਿਸ਼ਨ ਜੀ ਦੀ ਹੈ। ਸਰਬ ਵਿਆਪਕ ਪਰਮਾਤਮਾ ਹੋ ਸਕਦਾ ਹੈ ਕਿ ਝੌਂਪੜੀ, ਹੋ ਸਕਦਾ ਕਿ ਅਸਲੀਅਤ ਹੈ ਕਿ ਤਾਕਤ ਵਾਲੇ ਦੇ ਘਰ ਨੂੰ ਛੱਡ ਕੇ ਗਰੀਬ ਦੀ ਝੌਂਪੜੀ ਵੀ ਚਲਾ ਜਾਏ। ਜਿੰਨੇ ਮਰਜ਼ੀ ਕੋਈ ਤਾਕਤ ਵਾਲਾ ਨਾਕੇ ਲਾ ਲੈ, ਅੰਦਰ ਦੀ ਭਾਵਨਾ ਜਿਹਦੇ ਵਿੱਚ ਪੈਦਾ ਹੋ ਜਾਏ, ਉੱਥੇ ਪਰਮਾਤਮਾ ਨੂੰ ਕੋਈ ਰੋਕ ਸਕਦਾ ਹੀ ਨਹੀਂ। ਮਹਾਰਾਜ ਕਹਿੰਦੇ ਉਹ ਪ੍ਰੇਮ ਭਗਤ ਦਾ ਭੁੱਖਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ ਕਿਹਾ। ਇੱਥੇ ਗੁਰੂ ਜੀ ਨੇ ਅੱਜ ਮੈਂ ਬੇਨਤੀ ਕੀਤਾ, ਇੱਕ ਤਾਂ ਇਹ ਕਿਹਾ ਵੀ ਮੇਰਾ ਤਜਰਬਾ ਜੇ ਲੋਕੋ ਕੋਈ ਕਿਸੇ ਦਾ ਨਹੀਂ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ, ਸਭ ਸਵਾਰਥ ਲਈ ਨੇ। ਨਾਨਕ ਥਿਰ ਖੈਰ ਭਗਤ ਹੈ ਤੇ ਰਾਖੋ ਮਨ ਮਾਹੇ। ਸਿਰਫ ਇੱਕ ਭਗਤੀ ਹੈ ਜਿਹੜੀ ਥਿਰ ਰਹਿਣ ਵਾਲੀ ਹੈ, ਉਸ ਨੂੰ ਮਨ ਵਿੱਚ ਧਾਰਨ ਕਰੋ। ਦੂਸਰਾ ਬਚਨ, ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ। ਜਗਤ ਦੀ ਰਚਨਾ ਸਾਰੀ ਝੂਠੀ ਹੈ, ਮਿੱਤਰ ਤੂੰ ਜਾਨ। ਕਹਿ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਪੀਤ। ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਪੀਤ।
ਇਹਨੂੰ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਕਿ ਰੇ ਨਰ ਇਹ ਸਾਚੀ ਜੀ ਧਾਰ, ਸਗ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ, ਬਾਰੂ ਭੀਤ बनाई रच पच रहत नहीं दिन चार, तैसे ये सुख माया के उर्ज्यो कहाँ गवार। इन्नियां को बेनतियां स्वीकार करियो जी।